ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚਹ ਮਰਦੀ ਕੇ ਅਖਗਰ ਖਾਮੋਸ਼ਾ ਕੁਨੀ ਕੇ ਆਤਿਸ਼ ਦਾ ਮਾਰਾ ਫਰੋਜ਼ਾ ਕੁਨੀ। ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ ਸਾਧੂ ਜਨਾ ਕੀ ਅਚਰਜੋ ਕਥਾ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਖੇੜਾ ਹੰਸਾਲੀ ਸਾਹਿਬ ਵਿਖੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਵਿੱਚ ਆਪ ਸਰਬੱਤ ਸੰਗਤਾਂ ਬ੍ਰਹਮ ਵਿੱਚ ਅਭੇਦ ਮਹਾਤਮਾ ਮਹਾਂਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਯਾਦ ਕਰਨ ਦੇ ਲਈ ਇੱਥੇ ਇਕੱਤਰ ਹੋਏ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਮਹਾਨ ਸਮਾਗਮ ਚੱਲ ਰਹੇ ਨੇ। ਉਹਨਾਂ ਸ਼ਹੀਦਾਂ ਦੀ ਆਓ ਵਡਿਆਈ ਗਾ ਕੇ ਫਿਰ ਮਹਾਂਪੁਰਸ਼ਾਂ ਦੇ ਕੁਝ ਕੌਤਕ ਆਪ ਸੰਗਤ ਨਾਲ ਸਾਂਝੇ ਕਰਾਂ। ਇਉਂ ਆਪਣੇ ਸਮੇਂ ਨੂੰ ਆਪਾਂ ਸਫਲਾ ਕਰਨ ਦਾ ਯਤਨ ਕਰੀਏ। ਗੁਰੂ ਪਰਮੇਸ਼ਰ ਜਦੋਂ ਦੁਨੀਆ 'ਤੇ ਪ੍ਰਗਟ ਹੁੰਦੇ ਨੇ ਪਾਪ ਨੂੰ ਮਿਟਾਉਣ ਲਈ, ਰੋਗਾਂ ਸੋਗਾਂ ਨੂੰ ਮਿਟਾਉਣ ਲਈ, ਪੈਰਾਂ ਦੀਆਂ ਬੇੜੀਆਂ ਕੱਟਣ ਲਈ, ਸਾਨੂੰ ਨਿਜਾਤ ਦਿਵਾਉਣ ਲਈ ਪ੍ਰਗਟ ਹੁੰਦੇ ਨੇ। ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਏ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। 10 ਜਾਮੇ ਗੁਰੂ ਗੋਬਿੰਦ ਸਿੰਘ ਤਾਈ ਉਹਨਾਂ ਬਦਲੇ ਨੇ, ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਆਏ। ਮਹਿਮੂਦ ਗਜ਼ਨਵੀ ਦੇ ਸਮੇਂ ਤੋਂ 1001 ਈਸਵੀ ਤੋਂ ਭਾਰਤ ਗੁਲਾਮ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤਾਈਂ ਤਕਰੀਬਨ 700 ਵਰ੍ਹਾ ਹੋ ਚੁੱਕਿਆ ਸੀ ਗੁਲਾਮੀ ਨੂੰ। ਸਾਨੂੰ ਨਿਜਾਤ ਦਿਵਾਉਣ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਗੁਰੂ ਕੇ ਪਿਆਰੇ ਫਰਜ਼ੰਦ, ਗੁਰੂ ਕੇ ਪਿਆਰੇ ਸਿੰਘ ਚੱਲ ਪਏ। ਭਾਰਤ ਵਰਸ਼ ਦੀ ਹਕੂਮਤ ਰਾਜ ਭਾਗ ਭੋਗਣ ਵਾਲੀ ਮੁਗਲ ਡਾਇਨੈਸਟੀ ਔਰੰਗਜ਼ੇਬ ਗੁਰਾਂ ਦੇ ਨਾਲ ਯੁੱਧ ਕਰਦਾ ਹੈ। 14 ਜੰਗਾਂ 22 ਧਾਰ ਦੇ ਰਾਜੇ ਅਤੇ ਭਾਰਤ ਦੇ ਮੁਗਲਿਆ ਸਲਤਨਤ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੜੀਆਂ। ਜਿੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੋਈ ਹੈ।
1704 ਈਸਵੀ 1761 ਬਿਕਰਮੀ ਸੰਮਤ ਨੂੰ ਮਈ ਦੇ ਮਹੀਨੇ ਆਨੰਦਾਂ ਦੀ ਪੁਰੀ ਨੂੰ ਘੇਰਾ ਪੈਂਦਾ ਹੈ। 7 ਮਹੀਨੇ ਘੇਰਾ ਰਹਿੰਦਾ ਹੈ। ਪੋਹ ਦੇ ਮਹੀਨੇ ਆਨੰਦਪੁਰ ਪਾਤਸ਼ਾਹ ਛੱਡਦੇ ਨੇ। ਝਗੜਾ ਟਾਲਣ ਦੇ ਲਈ, ਕਿਉਂਕਿ ਕਸਮਾਂ ਕੁਰਾਨ ਦੀਆਂ ਔਰੰਗਜ਼ੇਬ ਵੱਲੋਂ ਲਿਖਤੀ ਰੂਪ ਵਿੱਚ ਆਈਆਂ। 22 ਧਾਰ ਦੇ ਰਾਜਿਆਂ ਨੇ ਗਊ ਦੀਆਂ ਕਸਮਾਂ ਉਠਾਈਆਂ, ਔਰ ਫਕੀਰ ਦਾ ਪਹਿਲਾ ਧਰਮ ਇਹੀ ਹੈ, ਉਹ ਸਹਿਜਤਾ ਵਿੱਚ ਰਹਿੰਦਾ ਹੈ। ਸਿਰੋਂ ਪਾਣੀ ਲੰਘ ਜਾਵੇ ਤੇ ਤਲਵਾਰ ਚੁੱਕੀ ਜਾਂਦੀ ਹੈ। ਪਰਸ਼ੀਅਨ ਵਿੱਚ ਕਲਗੀਧਰ ਕਹਿੰਦੇ ਨੇ, ਬਲਾ ਚਾਰਗੀ ਦਰਮਿਆ ਆਮਦਮ ਬਾ ਤਦਬੀਰ ਤੀਰੋ ਤੁਫੰਗ ਆਮਦਮ। ਔਰੰਗਜ਼ੇਬ ਮੈਂ ਚਾਅ ਨਾਲ ਸ਼ਸਤਰ ਨਹੀਂ ਚੁੱਕੇ। ਜਦੋਂ ਪ੍ਰੇਮ ਦੀ ਭਾਸ਼ਾ ਤੁਸੀਂ ਨਹੀਂ ਸਮਝੇ, ਭਾਰਤ ਵਰਸ਼ ਤੇ ਜ਼ੁਲਮ ਕਰਨਾ ਨਹੀਂ ਛੱਡਿਆ, ਮੈਨੂੰ ਲਾਚਾਰ ਹੋ ਕੇ ਤਲਵਾਰ ਚੁੱਕਣੀ ਪਈ ਹੈ। 6 ਪੋਹ ਦੀ ਰਾਤ ਆਨੰਦਪੁਰ ਛੱਡਿਆ ਹੈ। 7 ਪੋਹ ਦੀ ਸੁਬਾ ਸਰਸਾ ਦੇ ਕੰਢੇ ਜੰਗ ਹੁੰਦਾ ਹੈ। ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਆਦਿਕ ਸਿੱਖਾਂ ਦੇ ਨਾਲ ਰੋਪੜ ਥਾਣੀ ਹੁੰਦੇ ਦਿੱਲੀ ਚਲੇ ਗਏ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਵੱਡੇ ਫਰਜ਼ੰਦ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, 5 ਪਿਆਰੇ ਇਹ ਚਮਕੌਰ ਦੀ ਗੜੀ ਵੱਲ ਨੂੰ ਚਾਲੇ ਪਾਉਂਦੇ ਨੇ। ਮਾਤਾ ਗੁਜਰੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਮੰਜ਼ਲਾਂ ਮਾਰਦੇ ਹੋਏ ਤੁਰੇ ਜਾ ਰਹੇ ਨੇ। ਤੇ ਮਾਤਾ ਨੂੰ ਫਿਕਰ ਬੜਾ ਹੈ ਵੀ ਇਹ ਮੇਰੀਆਂ ਨੌਵਾਂ ਮੇਰੇ ਫਰਜ਼ੰਦ ਗੁਰੂ ਗੋਬਿੰਦ ਸਿੰਘ ਦੀ ਅਮਾਨਤ ਨੇ, ਇਹਨਾਂ ਦੀ ਮੈਨੂੰ ਚਿੰਤਾ ਬੜੀ ਹੈ। ਪਰਸ਼ੀਅਨ ਦੇ ਵਿਦਵਾਨ ਅੱਲਾ ਯਾਰ ਖਾਨ ਹੈ ਮੁਸਲਮਾਨ, ਉਹਨੇ ਆਪਣੀ ਪੁਰਜ਼ੋਰ ਕਲਮ ਰਾਹੀਂ ਇਹ ਬਚਨ ਲਿਖੇ। ਕਹਿੰਦਾ, ਜਦੋਂ ਤੁਰੇ ਜਾਣ ਨਾ ਜੰਗਲ ਦੇ ਵਿੱਚ, ਉਹ ਕੋਮਲ ਜਿੰਦਾਂ ਦੇ ਗਲੂਏ ਚੋਂ ਬੜੇ ਪਿਆਰੇ ਵੈਰਾਗ ਦੇ ਬੋਲ ਨਿਕਲੇ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ, दरिया पे हमको छोड़ के राही किधर गए, तड़पा के हाय सूरत माही किधर गए, अब्बा भजा के लश्कर शाही किधर गए, भाई भी हमको भूल गए शोके जंग में, अपना ख्याल तक नहीं जोके तुफंग में। मां पिता नहीं दिखदे, बादशाहां वर्गा उन्हां दा ठाठ सी। ਸਾਡੇ ਸੇਵਾਦਾਰ ਸਿੰਘ ਨਹੀਂ ਦਿਖਦੇ। ਵੇਖਿਆ ਸੀ ਸਰਸਾ ਦੇ ਕੰਢੇ ਵੱਡੇ ਭਾਈ ਜੰਗ ਲੜਨ ਵਿੱਚ ਇੰਨੇ ਮਸਤ ਹੋ ਗਏ, ਸਾਡਾ ਖਿਆਲ ਹੀ ਛੱਡ ਦਿੱਤਾ। ਜੇ ਜੰਗ ਜਿੱਤ ਕੇ ਮਾਂ ਉਹ ਆਏ, ਅਸੀਂ ਉਹਨਾਂ ਦੇ ਨਾਲ ਬੋਲਣਾ ਹੀ ਨਹੀਂ ਹੈ। ਜਬ ਰਨ ਅਜੀਤ जीत के तशरीफ लाएंगे, अब्बा के साथ जिस घड़ी जुझार आएंगे, करके गिला हर एक से हम रूठ जाएंगे। माता कभी पिता कभी भाई मनाएंगे, हमें गले लगा के वो कहेंगे बार बार, मान जाओ लेकिन हम नहीं मानेंगे जीन हार। उन्हां गलवकड़ी विच लैना है सानू, भाइयां ने भी, माता ने भी, पिता ने भी, असी मनना ही नहीं है। दूसरा बोलदा है साहिबजादा, जे वीरिया उन्हां गल विच लै लिया ते सानू उतारिया ही ना, इन्ना ते कीता, फिर की कदे भी नहीं मन्नांगे। कहंदे एक शर्त ते, जे इकरार करनगे भी अगां तो इदां छड्ड के नहीं जांदे, फिर मन जावांगे। देखो, कथा करनी, कथा सुननी, ये कोई इन्ना औखा विषय नहीं है, पर जो असल गुरु के परिवार उत्ते बीती है, ये बड़ा मुश्किल है। कोई तन ते हंडा के भी चढ़दी कला विच रवे। गुरु ग्रंथ साहिब कहंदे ने, वे शोहे जंबूर खवे ना वंजन गाखड़े,
ਜਮੂਰਾਂ ਨਾਲ ਤੁਹਾਡਾ ਕੋਈ ਮਾਸ ਪੁੱਟ ਕੇ ਸੁੱਟ ਦੇਵੇ, ਸ਼ਾਇਦ ਉਹਨਾਂ ਦਰਦ ਨਹੀਂ ਹੈ ਜਿੰਨਾ ਪਿਆਰੇ ਦੇ ਪਰਿਵਾਰ ਦੇ ਵਿਛੋੜੇ ਦਾ ਦਰਦ ਹੁੰਦਾ ਹੈ। ਪਰਿਵਾਰ ਗਿਆ ਵਿਛੜ, माँ सोची पई सी परमात्मा, प्यारे पति को पहले ही मैं हूं कटा चुकी, कुदरत तेरी है सब्र मेरा अजमा चुकी। मैं भारत वर्ष दियां सुहागणा दे सुहाग रखण लई ਲੱਖਾਂ ਮਾਈਆਂ ਨੂੰ ਵਿਧਵਾ ਹੋਣੋਂ ਬਚਾਉਣ ਲਈ ਆਪ ਵਿਧਵਾ ਹੋਣਾ ਕਬੂਲਿਆ। ਸਿਰ ਦਾ ਸਾਈਂ ਗੁਰੂ ਤੇਗ ਬਹਾਦਰ ਵਾਰਿਆ, ਜੋ ਮੇਰਾ ਸੀ ਵਾਰ ਦਿੱਤਾ ਮੈਂ, ਔਰ ਮੈਂ ਤੈਨੂੰ ਉਲਾਮਾ ਨਹੀਂ ਦਿੱਤਾ। ਇਹ ਮੇਰੇ ਪੋਤਰੇ ਜ਼ਰੂਰ ਨੇ, ਪਰ ਇਹ ਅਮਾਨਤ ਮੇਰੇ ਲਾਲ ਗੁਰੂ ਗੋਬਿੰਦ ਸਿੰਘ ਦੀ ਨੇ, ਇਹਨਾਂ ਦਾ ਮੈਨੂੰ ਫਿਕਰ ਬੜਾ ਹੈ। ਤੇ ਬਾਕੀ ਜੇ ਤੇਰੀ ਲਿਖਤ ਵਿੱਚ ਇਹਨਾਂ ਤੇ ਵੀ ਇਹਨਾਂ ਦੇ ਦਾਦੇ ਵਾਲਾ ਸਮਾਂ ਸ਼ਹੀਦੀ ਲਿਖੀ ਹੋਈ ਤੇ ਉਲਾਮਾ ਮੈਂ ਤੈਨੂੰ ਫਿਰ ਵੀ ਨਹੀਂ ਦੇਣਾ। ਜੋ ਤੁਧ ਭਾਵੈ ਸੋ ਭਲਾ, ਸੱਚ ਤੇਰਾ ਭਾਣਾ, ਜੋ ਤੈਨੂੰ ਚੰਗਾ ਲੱਗੇ ਠੀਕ ਹੈ। ਸਤਪੋ ਦੀ ਰਾਤ ਪਿੰਡ ਚੱਕ ਢੇਰੇ ਪਹੁੰਚੇ ਨੇ। ਉੱਥੇ ਇੱਕ ਸਾਂਝਾ ਪੱਤਣ ਸੀ ਸਰਸਾ ਨਦੀ ਦਾ ਤੇ ਸਤਲੁਜ ਦਾ। ਉੱਥੇ ਇੱਕ ਕੁੰਮਾ ਮਾਸ਼ਕੀ ਸੀ। ਮੈਂ ਸੰਖੇਪ ਵਿੱਚ ਹੀ ਅੱਗੇ ਵਧਾਂ। ਰਾਤ ਕੁੰਮੇ ਮਾਸ਼ਕੀ ਦੀ ਕੁੱਲੀ ਵਿੱਚ ਮਾਤਾ ਜੀ ਰੁਕੇ ਤੇ ਉਹ ਸਾਰੀ ਰਾਤ ਕੁੱਲੀ ਦੇ ਬਾਹਰ ਤਾਰਿਆਂ ਦੀ ਲੋਏ ਪਹਿਰਾ ਦਿੰਦਾ ਰਿਹਾ। 8 ਪੋਹ ਦੀ ਸਵੇਰ ਇੱਕ ਬ੍ਰਾਹਮਣੀ ਮਾਤਾ ਲక్ష్ਮੀ ਪਿੰਡੋਂ ਭੋਜਨ ਲਿਆਈ। ਕੁੰਮੇ ਮਾਸ਼ਕੀ ਨੇ ਵੀ ਸੇਵਾ ਕੀਤੀ। ਮਾਤਾ ਜੀ ਪ੍ਰਸੰਨ ਹੋ ਕੇ ਉਹ ਬ੍ਰਾਹਮਣੀ ਨੂੰ ਕੁਝ ਸੋਨੇ ਦੇ ਗਹਿਣੇ ਦਿੰਦੇ ਨੇ, ਕੁੰਮੇ ਮਾਸ਼ਕੀ ਨੂੰ ਕੁਝ ਪੈਸੇ ਦਿੰਦੇ ਨੇ। ਬਸ ਇੱਥੇ ਗੰਗੂ ਦੀ ਨਜ਼ਰ ਪੈ ਗਈ ਹੈ ਖੁਰਜੀ ਤੇ, ਜਿਹਦੇ ਵਿੱਚ ਇਹ ਮਾਇਆ ਸੀ। ਹੈ ਵਫਾਦਾਰ ਸੀ ਪਰ ਮਨ ਦਾ ਪਤਾ ਹੀ ਕੋਈ ਨਹੀਂ। ਝੱਟ ਇਹ ਗਿਆਨਵਾਨ ਹੋ ਜਾਂਦਾ ਤੇ ਝੱਟ ਹੱਥ ਵਿੱਚ ਦੀਵਾ ਲੈ ਕੇ ਖੂਹ 'ਚ ਡਿੱਗ ਪੈਂਦਾ ਹੈ, ਭੜਕ ਜਾਂਦਾ ਹੈ। ਇਹਦੇ ਅੰਦਰ ਚਿਤਵਨੀ ਪ੍ਰਗਟ ਹੋਈ, ਮੈਲ ਪੈਦਾ ਹੋਣ ਲੱਗ ਪਈ, ਨਮਕ ਹਰਾਮ ਕਰਨ ਦੀਆਂ ਸਕੀਮਾਂ ਕੱਢਦਾ ਹੈ। ਇੱਥੋਂ ਕੁੰਮੇ ਮਾਸ਼ਕੀ ਨੇ 8 ਪੋਹ ਦੀ ਸੁਬਾਹ ਪਤਨ ਪਾਰ ਕਰਵਾਤਾ ਬੇੜੀ ਤੇ। ਰੋਪੜ ਦੇ ਨਜ਼ਦੀਕ ਪਹੁੰਚੇ। ਗੰਗੂ ਬੇਈਮਾਨ ਕਹਿੰਦਾ ਹੈ, ਮਾਂ ਜੇ ਸ਼ਹਿਰ ਵਿੱਚ ਦੀ ਗਏ ਤੇ ਪਹਿਰਾ ਬੜਾ ਸਖਤ ਹੈ, ਸਿਪਾਹੀਆਂ ਪਕੜ ਲੈਣਾ ਹੈ, ਸਜ਼ਾ ਦੇਣਗੇ। ਮੇਰਾ ਪਿੰਡ ਸਹੇੜੀ ਨਜ਼ਦੀਕ ਹੈ, ਆਪਾਂ ਰਸਤਾ ਬਦਲ ਕੇ ਉੱਥੇ ਚੱਲਦੇ ਹਾਂ। ਜਦੋਂ ਹਾਲਾਤ ਠੀਕ ਹੋਏ ਗੁਰੂ ਗੋਬਿੰਦ ਸਿੰਘ ਕੋਲ ਤੁਹਾਨੂੰ ਪਹੁੰਚਾ ਦੇਵਾਂਗਾ। ਇੱਥੇ ਵਿਦਵਾਨ ਪੁਰਸ਼ ਕਹਿੰਦੇ ਨੇ ਵੀ ਇਹ ਸਮਝਦਾ ਸੀ ਵੀ ਜੇ ਰੋਪੜ ਦੇ ਵਿੱਚ ਦੀ ਗਏ ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੇਵਕ ਨਿਹੰਗ ਖਾਂ ਪਠਾਨ ਵਸਦਾ ਹੈ, ਉਹਨੇ ਪਰਿਵਾਰ ਨੂੰ ਲੈ ਲੈਣਾ ਹੈ ਔਰ ਜੰਗ ਜੁੱਧ ਕਰਨਾ ਵੀ ਪਿਆ ਮੁਗਲਾਂ ਨਾਲ 2 ਹੱਥ ਕਰਕੇ ਗੁਰੂ ਤਾਈਂ ਪਰਿਵਾਰ ਪਹੁੰਚਾ ਦੇਵੇਗਾ। ਮੈਂ ਪੈਸੇ ਕਿਵੇਂ ਲੁੱਟਾਂਗਾ। ਇੱਥੋਂ ਰਸਤਾ ਬਦਲਿਆ ਗਿਆ। ਭਾਈ ਦੁੰਨਾ ਸਿੰਘ ਹੰਡੂਰੀਆ ਹਜੂਰੀ ਕਵੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਉਹਨਾਂ ਨੇ ਵੀ ਮੋਹਰ ਲਾਈ ਹੈ। ਅੱਲਾ ਯਾਰ ਖਾਂ ਮੁਸਲਮਾਨ ਵੀ ਕਹਿੰਦਾ ਹੈ, ਗਾँव ਮੇਰਾ करीब है चलिए वहाँ जनाब, बांगे उठा के आइए पीछे मेरे शिताब। आओ माँ जल्दी मेरे पीछे चलो, तुर पिया है। तुरे गए, पिंड काईनौर पहुंचे ने। 8 ਪੋਹ ਦੀ ਰਾਤ ਇੱਥੇ ਤਲਾਬ ਦੇ ਕੰਢੇ ਕੱਟੀ ਹੈ। ਇਹ ਪਿੰਡ ਚੱਕ ਢੇਰੇ ਤੋਂ ਰੋਪੜ ਦੇ ਜੇ ਵਿੱਚ ਦੀ ਪੈਂਡਾ ਗਿਣੀਏ ਤੇ 27 ਕਿਲੋਮੀਟਰ ਬਣਦਾ ਹੈ। ਉੱਥੇ ਗੁਰਦੁਆਰਾ ਬਾਬੇ ਸ਼ਹੀਦਾਂ ਬਣਿਆ ਹੈ ਕਾਈਨੌਰ। ਇੱਥੋਂ ਕੇਵਲ 2 ਕਿਲੋਮੀਟਰ ਇਹਦਾ ਪਿੰਡ ਸੀ ਸਹੇੜੀ। ਜਦੋਂ 9 ਪੋਹ ਦੀ ਸਵੇਰ ਹੋਈ ਹੈ, ਕਹਿੰਦਾ ਮਾਂ ਹੁਣ ਘਰ ਜਾ ਕੇ ਹੀ ਰੋਟੀ ਪਾਣੀ ਛਕਦੇ ਆ, ਚਲੋ। ਪਿੰਡ ਸਹੇੜੀ ਵੱਲ ਨੂੰ ਲੈ ਤੁਰਿਆ ਤੇ ਉੱਥੋਂ ਕਿਲੋਮੀਟਰ ਬਾਹਰ ਇੱਕ ਢੱਕ ਦੇ ਵਿੱਚ ਉਜਾੜ ਵਿੱਚ ਬਿਠਾ ਦਿੱਤਾ। ਮੈਂ ਮਾਹੌਲ ਵੇਖਾਂ ਮਾਂ ਪਿੰਡ ਕੀ ਹੈ। ਪਿੰਡ ਗਿਆ। ਮਾਤਾ ਜੀ ਉੱਥੇ ਇੱਕ ਕੁੱਲੀ ਵਿੱਚ ਟਿਕ ਗਏ। ਕਿਸੇ ਫਕੀਰ ਦੀ ਕੁੱਲੀ ਹੈ, ਉਹ ਗਿਆ ਸੀ।
ਕਿਧਰੇ ਜੰਗਲਾਂ ਵਿੱਚ ਮੁੜ ਕੇ ਆਇਆ। ਉਹ ਅਜਨਬੀ ਚਿਹਰੇ ਵੇਖ ਕੇ ਪੁੱਛਦਾ ਹੈ, ਜੀ ਤੁਸੀਂ ਕੌਣ ਹੋ, ਇੱਥੇ ਕਿਵੇਂ ਬੈਠੇ ਹੋ? ਤੇ ਮਾਂ ਭੇਤ ਨਹੀਂ ਸੀ ਦੇਣਾ ਚਾਹੁੰਦੇ, ਪਤਾ ਵੈਰੀ ਸੀ ਸਿੱਖ ਜਗਤ ਦਾ। ਮਾਤਾ ਜੀ ਨੇ ਇਹ ਬਚਨ ਪ੍ਰਗਟ ਕੀਤੇ, ਬਸ ਐਵੇਂ ਹੀ ਬੈਠੇ ਆ। ਤਾਲਾ ਕੀਤਾ, ਉੱਥੇ ਗੁਰਦੁਆਰਾ ਐਮਾ ਸਾਹਿਬ ਬਣਿਆ ਹੈ। ਸ਼ਾਮਾਂ ਪਈਆਂ, ਗੰਗੂ ਆਇਆ ਹਨੇਰੇ ਵਿੱਚ, ਮਾਤਾ ਜੀ ਨੂੰ ਕਹਿੰਦਾ ਚਲੋ ਸਹੇੜੀ ਹੁਣ ਪਿੰਡ ਚੱਲੀਏ ਆਪਾਂ। ਜਾਂਦਿਆਂ ਹੀ ਆਪਣੀ ਮਾਂ ਸੋਭੀ ਨੂੰ ਕਹਿੰਦਾ ਵੀ ਜ਼ਹਿਰ ਪਾ ਦੇ ਖਾਣੇ 'ਚ, ਇਹਨਾਂ ਕੋਲ ਧਨ ਬੜਾ ਹੈ ਤੇ ਮੈਂ ਲੁੱਟਣਾ ਹੈ। ਦੇਖੋ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਗੁਨਾਹ ਹੈ ਕਿਸੇ ਦੇ ਕੀਤੇ ਨੂੰ ਨਾ ਜਾਣਨਾ, ਕੀਆ ਨਾ ਜਾਣੈ ਅਕਿਰਤ ਘਣ ਵਿੱਚ ਜੋਨੀ ਫਿਰਤੇ। ਅਕ੍ਰਿਤ ਘਣ ਬੰਦਾ ਲੱਖਾਂ ਜੂਨਾਂ ਵਿੱਚ ਭਰਮਾਇਆ ਜਾਂਦਾ, ਹੀ ਵੰਡਰਸ ਲੋਸਟ ਇਨ ਰੀਇਨਕਾਰਨੇਸ਼ਨਸ, ਲੱਖਾਂ ਜੂਨਾਂ ਵਿੱਚ ਪੈਂਦਾ ਹੈ ਉਹ। ਖੈਰ ਮਾਤਾ ਨੇ ਜਵਾਬ ਦਿੱਤਾ ਸਾਫ਼ ਵੀ ਗੱਗੂ ਮੈਂ ਇਹ ਕਰਮ ਨਹੀਂ ਕਰਨਾ। ਰਾਤ ਸਾਹਿਬਜ਼ਾਦਿਆਂ ਨੂੰ ਲੈ ਕੇ ਮਾਤਾ ਗੁਜਰੀ ਲੇਟੇ, 9 ਪੋਹ ਦੀ ਰਾਤ ਸੀ। ਮਾਇਆ ਉਠਾਈ ਹੈ ਗੰਗੇ ਨੇ, ਟੋਆ ਪੁੱਟਿਆ ਮਾਇਆ ਦੱਬ ਦਿੱਤੀ। ਅੱਲਾ ਯਾਰ ਖਾਂ ਮੁਸਲਮਾਨ ਵੀ ਲਿਖਦੇ ਨੇ, ਕਵੀ ਦੁੰਨਾ ਸਿੰਘ ਹੰਡੂਰੀਆ ਵੀ ਲਿਖਦੇ ਨੇ, ਭਾਈ ਰਤਨ ਸਿੰਘ ਭੰਗੂ ਵੀ ਲਿਖਦੇ ਨੇ ਵੀ ਇਸ ਬੰਦੇ ਨੇ ਪੈਸਾ ਲੁਕਾ ਲਿਆ। 10 ਪੋਹ ਦੀ ਸਵੇਰ ਹੋਈ, ਮਾਂ ਗੁਜਰੀ ਕਹਿੰਦੀ ਗੰਗਿਆ ਵਾਹਿਗੁਰੂ ਕੇ ਨਾਮ पे कुल मालो जर भी दूं, खिलकत के फायदे को लुटा अपना घर भी दूं। गर्दन पति की दे चुकी अपना सर भी दूं, खुशनुदिए अकाल को लखते जिगर भी दूं। पैसे चाहिए सी मंग लैंदा, चोरी करन दी की लोड़ सी गंगिया। मैं ते अपने सिर दा साईं गुरु तेग बहादुर देश तो वार दिता, लुकाया नहीं। पैसे मैं की करने सी, हुण इहदा कारज हो गया सी, पैसे लुको लए सी। सोचदा है दोहरा इनाम हुण लैना है। कहंदा एक तुहानू पनाह दवां, दूजा मैनू चोर कहंदे हो, मैं चलिया कोतवाली, उथों इनाम लैना है। हुण दौड़ के जाता है सहेड़ी पिंड दे चौधरी कोल, नूं कहंदा गुरु परिवार मेरे घर है। उन्हें करिंदे भेजे भी जाओ पहरा लाओ, माता गुजरी बच्चियां नूं लैके चली ना जावे। गंगू नूं लैके सहेड़ी पिंड तो 3 किलोमीटर दूर मरिंडा थाणा सी, जानी खां मानी खां उत्थे ऑफिसर सन, उत्थे चलिया गया। जानी खां मानी खां ने सिपाही लैके माता जी साहबजादियां नूं गिरफ्तार किया। गंगू दे घरों 10 पोह नूं 61 बिक्रमी संमत मरिंडे थाणे 10 पोह दी रात नूं परिवार पहुंचदा है। एक भाई थाणे टिक गया, दूजा भाई सरहंद गया। हौसला दिंदा है वजीर खान नूं, क्यों झोरा करदा है जे गुरु गोबिंद सिंह 10 लाख दे घेरे नूं उड़ा के निकल गया है। गिणतियां मिणतियां बंदे दा नुकसान कर सकदियां ने, गुरु परमेश्वर है। गुरु इज द ट्रांसेंडेंट लॉर्ड। खुदा दे अगे बंदियां दी गिणती कीट नालों वध के कुछ मायने नहीं रखदी। गुर ते बाहर किश नहीं, गुरु कीता लोड़े सो होए। नथिंग इज बियॉन्ड गुरु गोबिंद सिंह, जो चाहे कर सकता है। झोरा क्यों करदा है जे 10 लाख चों 3 हिस्से तेरी फौज मिटा गया है? कहंदा झोरा इस गल दा है औरंगजेब लानतां पाउंदा है, एक फकीर नहीं तुहाडे कोलों मारिया गया। कहंदा फिर दिल वड्डा करो, मोह दियां तंदां वड्डे वड्डे जरनैलां नूं झुका दिंदियां ने। गुरु गोबिंद सिंह दे छोटे फरजंद ते माई गुजरी मेरे कब्जे विच है। दौड़िया आवेगा गुरु, कदम बोसी करेगा तेरी। उसे वेले ही 10 पोह दी रात नूं सिपाही मरिंडे थाणे वल सूबा सरहंद ने सरहंद तो तोरे ने भी रात मंजिलां मारदे जाओ, सुबह सूरज दी टिक्की निकलण तो पहलां सरहंद बच्चियां नूं लै आओ।
ਭਾਈ ਦੁੰਨਾ ਸਿੰਘ ਹੰਡੂਰੀਆ ਲਿਖਦੇ ਨੇ, ਕੋਮਲ ਜਿਹੇ ਫੁੱਲਾਂ ਵਰਗੇ ਹੱਥ ਘੜੀਆਂ ਵਿੱਚ ਜਕੜ ਲਏ ਗਏ, ਕੋਮਲ ਜਿਹੇ ਚਰਨ ਬੇੜੀਆਂ ਵਿੱਚ ਜਕੜ ਲਏ ਗਏ, ਲੈ ਕੇ ਚੱਲ ਪਿਆ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਰਾਹੇ ਕੇ ਗਏ ਸਿਰੰਦ ਮਜਾਰੀ, ਹਾਥਨ ਮੱਧ ਹਥੋੜੀ ਡਾਰੀ। ਦੁੰਨਾ ਸਿੰਘ ਹੰਡੂਰੀਆ ਨੇ ਗੁਰੂ ਜੀ ਕੇ ਸੁਤਨ ਦੀ ਕਥਾ ਵਿੱਚ ਲਿਖਿਆ ਹੈ। 11 ਪੋਹ ਨੂੰ ਪਹੁੰਚੇ ਸਰਹੰਦ, ਨਵਾਬ ਨੇ ਐਲਾਨ ਕੀਤਾ ਵੀ ਠੰਡੇ ਬੁਰਜ ਰੱਖੋ। ਦੇਖੋ ਜਿਵੇਂ ਅੱਜ ਕੱਲ ਗੈਸਟ ਹਾਊਸ ਹੁੰਦਾ ਨਾ, ਅਫਸਰ ਉੱਥੇ ਟਿਕਦੇ ਨੇ। ਇੱਕ ਉੱਚਾ ਬੁਰਜ ਹੈ, ਕੌਲੇ ਕੱਢੇ ਨੇ, ਪਿੱਲਰ ਕੱਢੇ ਨੇ, ਤੇ ਵਿੱਚ ਇੱਟਾਂ ਨਹੀਂ ਲਾਈਆਂ, ਚਿਣਾਈ ਨਹੀਂ ਕੀਤੀ ਪੱਥਰਾਂ ਦੀ, ਹਵਾਦਾਰ ਹੈ, ਘੇਰੇ ਘੇਰੇ ਨਦੀ ਨੁਮਾ ਖਾਈ ਹੈ, ਪਾਣੀ ਵਹਿੰਦਾ ਹੈ। ਜਦੋਂ ਹਵਾ ਵਗਦੀ ਹੈ ਪਾਣੀ ਨਾਲ ਟਕਰਾਉਂਦੀ ਹੈ, ਠੰਡੀ ਹੋ ਕੇ ਬੁਰਜ ਨੂੰ ਵੱਜਦੀ ਹੈ। ਗਰਮੀਆਂ 'ਚ ਸੀਤ ਹੋ ਜਾਂਦਾ ਹੈ, ਠੰਡਾ, ਗਰਮੀਆਂ ਕੱਢਦਾ ਹੁੰਦਾ ਸੀ ਵਜ਼ੀਰ ਖਾਂ ਉੱਥੇ। ਹੁਣ ਤੁਸੀਂ ਹਿਸਾਬ ਲਾਓ ਵੀ ਆਹ ਦਿਨ ਨੇ ਪੋਹ ਦੇ, ਦਸੰਬਰ ਦਾ ਮਹੀਨਾ ਹੈ, ਸੀਤ ਵਗਦੀ ਹੈ, ਠੰਡੀ ਹਵਾ ਵਗਦੀ ਹੈ। ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਮਾਤਾ ਗੁਜਰੀ ਨੂੰ, ਸਾਹਿਬਜ਼ਾਦਿਆਂ ਨੂੰ। ਪਹਿਲੀ ਪੇਸ਼ੀ ਇਸ ਪਹਿਲੇ ਦਿਨ ਹੀ ਹੋਈ। ਕਰਿੰਦੇ ਭੇਜੇ, ਸਿਪਾਹੀ ਭੇਜੇ ਵੀ ਜਾਓ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਕਟਹਿਰੇ ਵਿੱਚ ਲਿਆਓ। ਸਿਪਾਹੀ ਗਏ, ਮਾਤਾ ਗੁਜਰੀ ਨੇ ਆਖਿਆ ਕਟਹਿਰਾ ਤੇ ਲੱਗਦਾ ਹੈ ਚੋਰਾਂ ਡਾਕੂਆਂ ਲਈ, ਮੇਰੇ ਬੱਚਿਆਂ ਦਾ ਕੀ ਗੁਨਾਹ, ਇਹ ਨਾਬਾਲਗ ਨੇ। ਕਹਿੰਦੇ ਮਾਂ ਹੁਕਮ ਦੇ ਬੱਜੇ ਆ, ਤਿਆਰ ਕਰੋ ਤੇ ਤੋਰੋ। ਮਾਤਾ ਜੀ ਨੇ ਵੱਡਿਆਂ ਦੀਆਂ ਸਾਖੀਆਂ ਸੁਣਾਈਆਂ, ਹੌਸਲਾ ਦਿੱਤਾ। ਤੁਹਾਡੀਆਂ ਰਗਾਂ 'ਚ ਗੁਰੂ ਅਰਜਨ ਸਾਹਿਬ ਦਾ ਲਹੂ ਹੈ, ਤਤੀ ਤਵੀ ਤੇ ਵੀ ਬੈਠ ਗਿਆ, ਪਰ ਕਲਮਾ ਨਹੀਂ ਪੜਿਆ, ਧਰਮ ਨਹੀਂ ਛੱਡਿਆ। ਕੀ ਕਹਿ ਰਿਹਾ ਸੀ, ਤੇਰਾ ਕੀਆ ਮੀਠਾ ਲੱਗੈ। ਤੁਹਾਡੀਆਂ ਰਗਾਂ 'ਚ ਗੁਰੂ ਤੇਗ ਬਹਾਦਰ ਦਾ ਲਹੂ ਹੈ। ਭਾਰਤ ਵਰਸ਼ ਦਾ ਬਾਦਸ਼ਾਹ ਔਰੰਗਜ਼ੇਬ, ਜਿਸ ਨੂੰ ਝੁਕਾ ਨਹੀਂ ਸਕਿਆ, ਸੀਸ ਦਿਆ ਪਰ ਸਿਰਰ ਨਾ ਦਿਆ, ਧਰਮ ਨਹੀਂ ਛੱਡਿਆ। ਤੁਹਾਡੀਆਂ ਰਗਾਂ 'ਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਲਹੂ ਏ, ਜਿਹਨੂੰ ਲੱਖਾਂ ਫੌਜਾਂ ਵੀ ਝੁਕਾ ਨਹੀਂ ਸਕੀਆਂ। ਬੱਚਿਓ, ਇਹ ਭਾਵਨਾ ਰੱਖਣੀ ਹੈ, ਜਾਓ ਤਨ ਚੀਰ ਹੈ ਅੰਗ ਨਾ ਮੋਰਾਓ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋ। ਟੋਟੇ ਟੋਟੇ ਹੋ ਜਾਈਏ ਪਰ ਧਰਮ ਨੂੰ ਪਿੱਠ ਨਹੀਂ ਦੇਣੀ। ਬੱਚੇ ਚੱਲ ਪਏ, ਕਚਹਿਰੀ ਵਿੱਚ ਪਹੁੰਚੇ ਨੇ। ਹੁਣ ਜਿਹੜੇ ਰਾਜ ਦਰਬਾਰ ਹੁੰਦੇ ਨੇ ਉਹਨਾਂ ਨੂੰ ਵੱਡਾ ਦਰਵਾਜ਼ਾ ਆਉਂਦਾ ਹੈ, ਇੱਕ ਛੋਟੀ ਬਾਰੀ ਨੁਮਾ ਜਗ੍ਹਾ ਰੱਖੀ ਹੁੰਦੀ ਹੈ ਦਰਵਾਜ਼ਾ ਲੰਘਣ ਦੇ ਲਈ। ਸਾਹਮਣੇ ਤਖਤ ਤੇ ਵਜੀਦਾ ਬਹਿੰਦਾ ਸੀ, ਜਿਹੜਾ ਲੰਘੇ ਛੋਟੇ ਦਰਵਾਜ਼ੇ ਥਾਣੀ ਸਿਰ ਝੁਕਾ ਕੇ ਹੀ ਲੰਘ ਸਕੇ। ਇਹ ਤੁਹਾਡੇ ਸਾਡੇ ਦੇ ਕਾਕੇ ਐ ਨਹੀਂ ਸੀ ਜਿਹੜੇ ਟਪਲਾ ਖਾ ਜਾਂਦੇ। ਇਹਨਾਂ ਦੀਆਂ ਰਗਾਂ 'ਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਲਹੂ ਸੀ। ਜਦੋਂ ਪ੍ਰਵੇਸ਼ ਕੀਤਾ ਹੈ ਅੰਦਰ ਕਚਹਿਰੀ ਦੇ, ਪਹਿਲਾਂ ਚਰਨ ਅੰਦਰ ਰੱਖੇ ਤੇ ਜੋੜੇ ਜਿਹੜੇ ਪਾਏ ਨੇ ਨਾ, ਜਦੋਂ ਜੁੱਤੀ ਦੀ ਨੋਕ ਸਿੱਧੀ ਤਖਤ ਵੱਲ ਹੁੰਦੀ ਹੈ, ਵਜੀਦਾ ਤਿਲਮਿਲਾ ਉੱਠਿਆ ਵੀ ਇਹ ਟਪਲਾ ਖਾਣ ਵਾਲੇ ਨਹੀਂ। ਮੈਂ ਸਿਰ ਝੁਕਿਆ ਵੇਖਣਾ ਚਾਹੁੰਦਾ ਸੀ, ਮੇਰੇ ਤਖਤ ਨੂੰ ਜੁੱਤੀ ਦਿਖਾਉਂਦੇ ਨੇ। ਪ੍ਰਵੇਸ਼ ਕਰਕੇ ਗੱਜ ਵੱਜ ਕੇ ਫਤਿਹ ਬੁਲਾਈ ਹੈ 11 ਪੋਹ ਨੂੰ ਪਹਿਲੀ ਪੇਸ਼ੀ ਤੇ। ਵਜੀਦਾ ਕਹਿੰਦਾ, ਤੁਹਾਡੇ ਬਾਪ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਹੈ ਜਿੱਥੇ ਫਤਿਹ ਪ੍ਰਵਾਨ ਹੋਵੇਗੀ, ਇੱਥੇ ਸਜਦਾ ਕਰਨਾ ਪੈਂਦਾ ਹੈ, ਇੱਥੇ ਸਿਰ ਝੁਕਾਉਣਾ ਪੈਂਦਾ ਹੈ। ਤੇ ਸਾਹਿਬਜ਼ਾਦਿਆਂ ਜਵਾਬ ਦਿੱਤਾ ਸੀ, ਵਜ਼ੀਰ ਖਾਂ, ਗੁਰੂ ਪਰਮੇਸ਼ਰ ਤੋਂ ਬਿਨਾਂ ਇਹ ਸਿਰ ਕਦੇ ਝੁਕਿਆ ਨਹੀਂ ਹੈ। ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਣੀ ਮੱਥਾ, ਇਹ ਸਿਰ ਹੋਰ ਕਿਧਰੇ ਨਹੀਂ ਝੁਕਦਾ। ਬੜਾ ਮਾਣ ਹੈ ਆਪਣੇ ਗੁਰੂ ਤੇ, ਬੜਾ ਮਾਣ ਹੈ ਆਪਣੇ ਵਾਹਿਗੁਰੂ ਤੇ। ਜਿਸ ਗੁਰੂ ਗੋਬਿੰਦ ਸਿੰਘ ਦਾ ਬੱਚਿਓ ਮਾਣ ਕਰਦੇ ਹੋ, ਚਮਕੌਰ ਦੀ ਗੜੀ ਵਿੱਚ ਮੈਂ ਘੇਰ ਕੇ ਮਾਰਿਆ ਹੈ, ਉਸ ਨੂੰ ਖਤਮ ਕੀਤਾ ਹੈ। ਸਾਹਿਬਜ਼ਾਦਿਓ ਪਿਤਾ ਤੁਹਾਰਾ ਗੜ ਚਮਕੌਰ ਘੇਰ ਗਹਿ ਮਾਰਾ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ, ਕਵੀ ਸੰਤੋਖ ਸਿੰਘ ਲਿਖਦੇ। ਅੱਛਾ, ਜਵਾਬ ਵੇਖੋ 7 ਤੇ 9 ਸਾਲ ਦੇ ਬੱਚਿਆਂ ਕੀ ਦਿੱਤਾ ਹੈ।
ਕਹਿੰਦੇ ਵਜ਼ੀਰ ਖਾਂ ਤੇ ਉਹ ਗੱਲ ਕੀਤੀ ਹੈ ਵੀ ਜਿਵੇਂ ਕੋਈ ਕਮਲਾ ਬੰਦਾ ਦਾਵਾ ਕਰੇ ਵੀ ਮੈਂ ਸੂਰਜ ਨੂੰ ਪਕੜ ਲਿਆ ਹੈ, ਜਿਵੇਂ ਕੋਈ ਦਾਵਾ ਕਰੇ ਮੈਂ ਤੂਫਾਨ ਨੂੰ ਠੱਲ ਲਿਆ ਹੈ, ਜਿਵੇਂ ਕੋਈ ਦਾਵਾ ਕਰੇ ਮੈਂ ਸੁਮੇਰ ਪਰਬਤ ਨੂੰ ਚਲਾਏਮਾਨ ਕਰ ਦਿੱਤਾ ਏ। ਗੁਰੂ ਗੋਬਿੰਦ ਸਿੰਘ ਪਰਮਾਤਮਾ ਦਾ ਸਰੂਪ ਹੈ। ਗੁਰ ਗੋਪਾਲ ਪੁਰਖ ਭਗਵਾਨ ਅਵਤਾਰੀ ਪੁਰਸ਼ ਆਪਣੀ ਮਰਜ਼ੀ ਨਾਲ ਪ੍ਰਗਟ ਹੁੰਦੇ ਨੇ ਤੇ ਮਰਜ਼ੀ ਨਾਲ ਜਾਂਦੇ ਨੇ, ਉਹਨਾਂ ਨੂੰ ਮਿਟਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ। ਕਹਿੰਦਾ ਅੱਛਾ ਚਲੋ ਮੰਨ ਲਓ ਤੁਹਾਡਾ ਬਾਪ ਨਹੀਂ ਮਾਰਿਆ, ਤਹਿ ਤੁਮਰੇ ਦਵੈ ਭਰਾਤ ਪ੍ਰਹਾਰੇ ਸੰਗੀ ਸਿੰਘ ਸਗਲ ਸੋ ਮਾਰੇ। ਤੁਹਾਡੇ ਦੋ ਭਾਈਆਂ ਦੇ ਟੋਟੇ ਟੋਟੇ ਕੀਤੇ ਨੇ ਮੈਂ, ਉੱਥੇ ਮਰ ਗਏ ਨੇ ਉਹ, ਤੁਸੀਂ ਵੀ ਮਰ ਜਾਓਗੇ ਜੇ ਈਨ ਨਾ ਮੰਨੀ। ਤੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਕਹਿੰਦੇ ਗੱਲ ਸੁਣ ਸੂਬੇ, ਸ਼ਹੀਦ ਹੋਏ ਨੇ ਮਰੇ ਨਹੀਂ। ਮਰਦਾ ਉਹ ਹੈ ਜਿਹੜਾ ਦੀਨ ਦੀ ਝੋਲੀ ਕੁਝ ਪਾ ਨਾ ਸਕਿਆ। ਜਿਹਨੂੰ ਘਰ ਮੰਜੇ ਤੇ ਮੌਤ ਆ ਗਈ ਉਹਨੂੰ ਲੋਕ ਭੁੱਲ ਜਾਂਦੇ ਨੇ। ਜਿਹੜਾ ਧਰਮ ਦੀ ਖਾਤਰ ਸਿਰ ਦਿੰਦਾ ਏ ਉਹਦੀ ਸਦਾ ਜੈ ਜੈਕਾਰ ਰਹਿੰਦੀ ਹੈ। ਸਾਡੇ ਭਾਈ ਸ਼ਹੀਦ ਹੋਏ ਨੇ, ਮੋਏ ਨਹੀਂ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾ ਨੰਦ। ਸ਼ਹੀਦ ਮਰਦੇ ਨਹੀਂ, ਯਾਦ ਰਹਿੰਦੇ ਨੇ। ਦਲੇਰੀ ਭਰੇ ਜਵਾਬ ਸੁਣੇ, ਸਮਝ ਪੈ ਗਈ ਇਹ ਡਰਦੇ ਨਹੀਂ। ਲਾਲਚ ਵੇਖੋ ਕੀ ਦੇ ਰਿਹਾ ਹੈ। ਜਵਾਨੀ ਆਵੇਗੀ, ਸ਼ਹਿਜ਼ਾਦੀਆਂ ਦੇ ਡੋਲੇ ਮਿਲਣਗੇ। ਸਾਹਿਬਜ਼ਾਦਿਓ, ਸਿੱਖੀ ਵਿੱਚ ਦੁੱਖ ਹੀ ਦੁੱਖ ਹੈ, ਇਸਲਾਮ ਵਿੱਚ ਸੁੱਖ ਹੀ ਸੁੱਖ ਨੇ। ਆਓ ਕਲਮਾ ਪੜ੍ਹ ਲਓ, ਜਾਨ ਵੀ ਬਚੇਗੀ, ਦੌਲਤਾਂ ਸ਼ੋਹਰਤਾਂ ਤਖਤੋ ਤਾਜ ਵੀ ਮਿਲਣਗੇ। ਜਵਾਬ ਪਤਾ ਕੀ ਦਿੱਤਾ ਸੀ ਸਾਹਿਬਜ਼ਾਦਿਆਂ ਨੇ? ਕਹਿੰਦੇ ਗੱਲ ਸੁਣ ਵਜ਼ੀਰ ਖਾਂ, ਸਾਨੂੰ ਦਾਤੇ ਬਣਾਇਆ ਹੈ ਗੁਰੂ ਨਾਨਕ ਨੇ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਸਿੱਖ ਮੰਗਤਾ ਨਹੀਂ ਹੈ। ਅੱਜ ਕੱਲ੍ਹ ਇੱਦਾਂ ਦਾ ਬੜਾ ਸਿਸਟਮ ਚੱਲ ਰਿਹਾ ਨਾ, ਆਰਥਿਕ ਹਾਲਤ ਦਾ ਫਾਇਦਾ ਉਠਾ ਕੇ ਅਗਲੇ ਦਾ ਧਰਮ ਤਬਦੀਲ ਕਰਨਾ। ਉਹ ਤੇਰੇ ਬੱਚੇ ਪੜ੍ਹਾ ਦੇਵਾਂਗੇ, ਧਰਮ ਬਦਲਣਾ ਹੈ। ਤੇ ਜੇ 4 ਟਕਿਆਂ ਤੇ ਕੋਈ ਵਿਕ ਕੇ ਧਰਮ ਬਦਲ ਰਿਹਾ ਹੈ ਤੇ ਯਾਦ ਰੱਖਿਓ ਸਿੱਖ ਨਹੀਂ ਹੈ। ਸਿੱਖ ਦਾਤਾ ਹੈ, ਸਿੱਖ ਮੰਗਤਾ ਨਹੀਂ ਹੈ। ਜਿਹੜੇ ਝੋਲੀਆਂ ਅੱਡ ਕੇ ਟਕੇ ਮੰਗ ਰਹੇ ਨੇ ਉਹ ਸਿੱਖ ਨਹੀਂ ਹੋ ਸਕਦੇ। ਸਾਨੂੰ ਦਾਤਾਰ ਬਣਾਇਆ ਹੈ। ਇਹ 2.5 ਕਰੋੜ ਬੰਦਾ ਕਰੋੜਾਂ ਨੂੰ ਲੰਗਰ ਛਕਾਉਣ ਦੇ ਕਾਬਲ ਬਣਾਇਆ ਹੈ ਗੁਰੂ ਨਾਨਕ ਨੇ। ਸਾਹਿਬਜ਼ਾਦੇ ਕਹਿੰਦੇ ਤੇਰੇ ਕੋਲੋਂ ਮੰਗਾਂਗੇ ਵਜ਼ੀਰ ਖਾਂ, ਮੰਗਤੇ ਬਣਾਂਗੇ। ਅੱਜ ਜੋ ਦਿੱਤਾ ਹੈ ਕੱਲ ਮੁੱਕ ਜਾਣਾ ਹੈ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ। ਅਸਲ ਰੱਜ ਆਉਂਦਾ ਹੈ ਜੇ ਅਕਾਲ ਪੁਰਖ ਤੋਂ ਮੰਗੀਏ। ਐਸੀ ਝੋਲੀ ਭਰਦਾ ਹੈ, ਮੰਗਣਾ ਹੀ ਮੁੱਕ ਜਾਂਦਾ ਹੈ ਬੰਦੇ ਦਾ। ਬੰਦਾ ਬੰਦੇ ਤੋਂ ਮੰਗੇ ਤੇ ਮੰਗਤਾ ਹੀ ਬਣਿਆ ਰਹਿੰਦਾ ਹੈ। ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬੱਪੜਾ ਕਿਆ ਸਾਲਾਹੀ, ਕਿਆ ਤਿਸਕਾ ਮੋਹਤਾਜਾ। ਪਰਮਾਤਮਾ ਤੋਂ ਹੀ ਮੰਗਦੇ ਆ। ਝੋਲੀ ਇੱਕ ਹੈ, ਖਸਮ ਵੀ ਅਕਾਲ ਪੁਰਖ ਇੱਕ ਹੈ। ਝੋਲੀ ਜਗ੍ਹਾ ਜਗ੍ਹਾ ਨਹੀਂ ਅਸੀਂ ਟੱਡ ਸਕਦੇ। ਨਹੀਂ ਮੰਨੇ ਲੈ ਜਾਓ ਇਹਨਾਂ ਨੂੰ ਠੰਡੇ ਬੁਰਜ ਭੁੱਖੇ ਭਾਣੇ ਰੱਖੋ। ਪੋਹ ਦੀ ਸੀਤ ਹੱਡ ਚੀਰੇਗੀ, ਸੁਬਾਹ ਈਨ ਮੰਨਣਗੇ। 11 ਪੋਹ ਦੀ ਰਾਤ ਦਾਦੀ ਕੋਲ ਗਏ ਬੱਚੇ, 12 ਪੋਹ ਦਾ ਦਿਨ ਚੜ੍ਹਿਆ। ਸਾਰੀ ਰਾਤ ਮਾਂ ਸਿਦਕ ਦੀਆਂ ਸਾਖੀਆਂ ਸੁਣਾਉਂਦੀ ਰਹੀ। ਸਿਪਾਹੀ ਆ ਗਏ, ਕਚਹਿਰੀ ਵਿੱਚ ਪਹੁੰਚੇ ਨੇ, ਫਤਿਹ ਗਜਾਈ ਹੈ। ਵਜ਼ੀਰ ਖਾਂ ਨੇ ਫਿਰ ਉਹੀ ਲਾਲਚ ਦਿੱਤੇ। ਅਖੀਰ ਆਖਣ ਲੱਗਾ ਹੈ ਉਹ ਕਾਜ਼ੀ ਨੂੰ ਫਤਵਾ ਜਾਰੀ ਕਰ, ਇਹ ਝੁਕਦੇ ਨਹੀਂ, ਇਹਨਾਂ ਦੇ ਸਿਰ ਕੱਟਣੇ ਨੇ। ਕਾਜ਼ੀ ਨੇ ਜਵਾਬ ਦਿੱਤਾ, ਵਜ਼ੀਰ ਖਾਂ ਨਾਬਾਲਗ ਨੇ, ਕੁਰਾਨ ਦੀ ਹਦਾਇਤ ਨਹੀਂ ਹੈ ਐਸਾ ਜ਼ੁਲਮ ਕਰਨ ਦੀ। ਇੱਥੇ ਇੱਕ ਗੁਲਾਮ ਸੀ ਸੁੱਚਾਨੰਦ, ਇਹਨੇ ਰਿਸ਼ਤਾ ਭੇਜਿਆ ਸੀ ਬਾਬਾ ਅਜੀਤ ਸਿੰਘ ਦੇ ਲਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੋੜਿਆ ਸੀ ਰਿਸ਼ਤਾ, ਤੂੰ ਮਲੇਸ਼ਾਂ ਦਾ ਧਨ ਖਾਨਾ ਹੈ। ਵਜ਼ੀਰ ਖਾਂ ਜ਼ੁਲਮ ਕਰਦਾ ਹੈ, ਪੈਸੇ ਲੁੱਟਦਾ ਹੈ, ਲੋਕਾਂ ਦਾ ਲਹੂ ਪੀਂਦਾ ਹੈ, ਤੂੰ ਉਹਦੀ ਤਨਖਾਹ ਤੇ ਪਲਦਾ ਹੈ, ਰਿਸ਼ਤਾ ਨਹੀਂ ਜੁੜ ਸਕਦਾ। ਦੂਸਰਾ ਉਹ ਚਾਪਲੂਸ ਹੈ, ਉੱਚਾ ਅਹੁਦਾ ਚਾਹੁੰਦਾ ਹੈ, ਜੀ ਹਜ਼ੂਰੀ ਕਰਦਾ ਹੈ ਵਜ਼ੀਰ ਖਾਂ ਦੀ। ਉਹ ਕਹਿੰਦਾ ਜੇ ਕੁਰਾਨ ਹਦਾਇਤ ਨਹੀਂ ਕਰਦੀ ਸਜ਼ਾ ਦੀ ਤੇ ਇਹਨਾਂ ਨੂੰ ਛੱਡ ਥੋੜਾ ਦੇਣਾ ਹੈ ਆਪਾਂ।
ਇਹ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ। ਹੁਣੇ ਪਰਖ ਕਰ ਲੈਣਾ ਮੈਂ। ਕਹਿੰਦਾ ਬੱਚਿਓ ਨਾਬਾਲਗੋ ਤੁਹਾਨੂੰ ਛੱਡ ਦਿੰਨੇ ਆ, ਕੀ ਕਰੋਗੇ? ਕਹਿੰਦੇ ਜੰਗਲਾਂ 'ਚ ਜਾਵਾਂਗੇ, ਸਿੰਘ ਇਕੱਠੇ ਕਰਾਂਗੇ। ਐ ਵਜ਼ੀਰ ਖਾਂ, ਮੁਗਲਿਆ ਸਲਤਨਤ ਦਾ ਜਿਹੜਾ ਰਾਜ ਏ, ਜ਼ੁਲਮੋ ਸਿਤਮ ਨਾਲ ਭਰਿਆ ਹੋਇਆ ਰਾਜ ਏ, ਤੇਰੇ ਮੈਦਾਨੇ ਜੰਗ ਵਿੱਚ 2 ਟੋਟੇ ਕਰਾਂਗਾ ਮੈਂ। ਸਾਡੇ ਭਾਈਆਂ ਦੇ ਟੋਟੇ ਕੀਤੇ ਸੀ ਨਾ। ਸੁੱਚਾਨੰਦ ਕਹਿੰਦਾ ਜੇ ਫਿਰ ਪਕੜ ਲਿਆ, ਫਿਰ ਦਰਬਾਰ ਚੋਂ ਆਵਾਜ਼ ਬੁਲੰਦ ਹੋਈ ਵੀ ਛੱਡ ਦਿਓ ਨਾਬਾਲਗ ਨੇ। ਕਹਿੰਦੇ ਫਿਰ ਇਦਾਂ ਕਰਾਂਗੇ। ਤੀਸਰੀ ਵਾਰ ਸੁੱਚਾਨੰਦ ਕਹਿੰਦਾ ਜੇ ਫਿਰ ਪਕੜ ਲਿਆ, ਰਿਹਾ ਕੁਨ ਕਰ ਦਿੱਤਾ, ਫਿਰ ਕੀ ਕਰੋਗੇ? ਕਹਿੰਦੇ ਤੈਨੂੰ ਸਮਝ ਕਿਉਂ ਨਹੀਂ ਪੈਂਦੀ? ਖੂਹ ਦੀ ਟਿੰਡ ਵਾਂਗੂ ਗੇੜ ਇਦਾਂ ਹੀ ਚੱਲਣਾ ਹੈ। ਜਾਂ ਵਜ਼ੀਰ ਖਾਂ ਸਾਡੇ ਟੋਟੇ ਕਰ ਦਵੇ, ਨਹੀਂ ਤੇ ਮੈਦਾਨੇ ਜੰਗ ਵਿੱਚ ਵਜੀਦੇ ਦੇ ਟੋਟੇ ਕਰਨੇ ਹੀ ਕਰਨੇ ਨੇ। ਇਤਿਹਾਸ ਗਵਾਹ ਹੈ ਸਿੱਖਾ, ਉਹ ਡੋਲੇ ਨਹੀਂ। ਸੁੱਚਾਨੰਦ ਕਹਿੰਦਾ ਭੁਜੰਗ ਨੇ, ਭੁਜੰਗ ਸੱਪ ਦੇ ਬੱਚੇ ਨੇ। ਇੱਕ ਫਨੀਅਰ ਗੁਰੂ ਗੋਬਿੰਦ ਸਿੰਘ ਨਹੀਂ ਕਾਬੂ ਆ ਰਿਹਾ। ਜੇ 1 ਤੋਂ 3 ਹੋ ਗਏ, ਦੋਵੇਂ ਜਵਾਨ ਹੋ ਗਏ, ਤੇ ਕਿੱਥੋਂ ਸੰਭੋਗੇ? ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਬਲਦੀ ਤੇ ਤੇਲ ਪਾਇਆ ਸੁੱਚੇ ਨੰਦ ਨੇ। ਵਜ਼ੀਰ ਖਾਂ ਕਾਜੀ ਨੂੰ ਕਹਿੰਦਾ ਹੈ ਫਤਵਾ ਜਾਰੀ ਕਰ। ਸ਼ਰ੍ਹਾ 'ਚ ਅੰਨਾ ਹੋਇਆ ਕਾਜੀ, ਧਰਮ ਦੇ ਉਲਟ ਚੱਲਦਾ ਹੋਇਆ ਐਲਾਨ ਕਰਦਾ ਹੈ ਬੱਚਿਓ ਕੱਲ ਨੂੰ ਨੀਹਾਂ ਵਿੱਚ ਤੁਹਾਨੂੰ ਚਿਣ ਦਿੱਤਾ ਜਾਣਾ ਹੈ। 12 ਪੋਹ ਨੂੰ ਸਜ਼ਾ ਦਾ ਐਲਾਨ ਹੋ ਗਿਆ। ਮਲੇਰ ਕੋਟਲੇ ਵਾਲੇ ਨਵਾਬ ਖਿਜਰ ਖਾਂ, ਸ਼ੇਰ ਮੁਹੰਮਦ ਖਾਂ ਦੋਵੇਂ ਭਾਈ ਦਰਬਾਰ ਵਿੱਚ ਬੈਠੇ ਨੇ। ਵਜ਼ੀਰ ਖਾਂ ਕਹਿੰਦਾ ਤੁਹਾਡੇ ਭਾਈ ਨਾਹਰ ਖਾਂ ਨੂੰ ਚਮਕੌਰ ਦੀ ਗੜੀ ਗੁਰੂ ਗੋਬਿੰਦ ਸਿੰਘ ਨੇ ਮਿਟਾਇਆ ਸੀ, ਬਦਲਾ ਲੈ ਲਓ, ਮਾਰੋ ਬੱਚਿਆਂ ਨੂੰ। ਕਹਿੰਦੇ ਸ਼ੀਰਖੋਰ ਬਾਲਕ ਨੇ, ਦੁੱਧ ਵਰਗੇ ਦੰਦ ਨੇ ਬੱਚਿਆਂ ਦੇ, ਇਹਨਾਂ ਨੂੰ ਮਿਟਾਉਣਾ ਪਾਪ ਹੈ। ਜਿਸ ਦਿਨ ਗੁਰੂ ਗੋਬਿੰਦ ਸਿੰਘ ਟੱਕਰੇਗਾ ਉਸ ਦਿਨ ਮੈਦਾਨੇ ਜੰਗ ਵਿੱਚ 2 ਹੱਥ ਕਰਕੇ ਬਦਲਾ ਲਵਾਂਗੇ। ਸਾਨੂੰ ਮਨਜ਼ੂਰ ਨਹੀਂ ਇਹ ਸਜ਼ਾ। ਦਰਬਾਰ ਚੋਂ ਉੱਠ ਪੈਂਦੇ ਨੇ। ਇਹ ਵਿਦਵਾਨ ਪੁਰਸ਼ਾਂ ਨੇ ਇਹ ਲਿਖਿਆ ਹੈ। ਲਿਖਦੇ ਨੇ ਰਤਨ ਸਿੰਘ ਭੰਗੂ, ਸ਼ੇਰ ਮੁਹੰਮਦ ਨਹਿੰਗਨੀ ਬੋਲਿਓ ਸੀਸ ਹਿਲਾਏ, ਹਮ ਮਾਰੇ ਸ਼ੀਰ ਖੋਰਿਆਂ, ਜੰਗ ਮੇ ਔਜਸ ਜਾਏ। ਅਸੀਂ ਨਹੀਂ ਮਾਰਨਾ। ਦਰਬਾਰ ਚੋਂ ਉੱਠ ਕੇ ਚਲੇ ਗਏ। ਬੱਚਿਆਂ ਨੂੰ ਮਾਤਾ ਕੋਲ ਭੇਜਿਆ ਗਿਆ 12 ਪੋਹ ਦੀ ਰਾਤ। ਔਰ ਕਰਿੰਦਿਆਂ ਨੂੰ, ਸਿਪਾਹੀਆਂ ਨੂੰ ਕਿਹਾ ਮਾਂ ਨੂੰ ਸਮਝਾ ਦਿਓ ਗੁਰੂ ਗੋਬਿੰਦ ਸਿੰਘ ਦੇ 4 ਘਰ ਦੇ ਚਿਰਾਗ ਨੇ, 2 ਚਮਕੌਰ ਦੀ ਗੜੀ ਬੁਝਾ ਦਿੱਤੇ ਨੇ, 2 ਸਰਹੰਦ ਵਿੱਚ ਕੱਲ ਨੂੰ ਬੁਝਣੇ ਨੇ। ਕੁੱਲ ਦਾ ਖੁਰਾ ਖੋਜ ਵਜ਼ੀਰ ਖਾਂ ਮਿਟਾ ਦਵੇਗਾ ਗੁਰੂ ਗੋਬਿੰਦ ਸਿੰਘ ਦੀ ਦਾ। ਜੇ ਚਾਹੁੰਦੇ ਹੋ ਕੁੱਲ ਚੱਲਦੀ ਰਵੇ ਤੇ ਕਲਮਾ ਪੜ੍ਹ ਲਓ। ਮਾਤਾ ਕੋਲ ਗਏ। ਮਾਂ ਨੇ ਮਸਤਕ ਚੁੰਮਿਆ, ਪੁੱਛਿਆ ਬੱਚਿਓ ਕੀ ਖਬਰ ਹੈ? ਕਹਿੰਦੇ ਮਾਂ ਅੱਜ ਦੀ ਰਾਤ ਤੇਰੀ ਗੋਦ ਵਿੱਚ ਅਖੀਰਲੀ ਰਾਤ ਹੈ, ਕੱਲ ਨੂੰ ਨਹੀਂ ਆਵਾਂਗੇ। ਮਾਤਾ ਵੈਰਾਗ ਵਿੱਚ ਹੈ, ਦੁੱਖਾਂ ਦੇ ਸਾਗਰ ਨੂੰ ਅੰਦਰ ਪੀ ਗਈ। 12 ਪੋਹ ਦੀ ਰਾਤ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਗਹਿਣੇ ਗੱਟੇ ਦੇ ਕੇ ਸਿਪਾਹੀਆਂ ਨੂੰ ਦੁੱਧ ਛਕਾਇਆ। ਇਹਦੀ ਬੜੀ ਭਾਰੀ ਸਜ਼ਾ ਮਿਲੀ ਸੀ ਉਸ ਮਹਾਪੁਰਸ਼ ਨੂੰ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਉਹਦੇ ਬੱਚੇ ਨੂੰ, ਛੋਟੇ ਜਿਹੇ ਲਾਲ ਨੂੰ, ਪਰਿਵਾਰ ਨੂੰ, ਉਸ ਨੂੰ ਕੋਲੂ ਵਿੱਚ ਇਉਂ ਪੀੜਿਆ ਗਿਆ ਜਿਵੇਂ ਗੰਨੇ ਦੀ ਰੋਹ ਕੱਢੀ ਦੀ ਹੈ। ਸ਼ਹੀਦ ਕਰ ਦਿੱਤਾ ਗਿਆ ਸੀ। ਖੈਰ 13 ਪੋਹ ਦਾ ਐਸਾ ਦਿਨ ਚੜ੍ਹਿਆ ਹੈ ਜਿਹੜਾ ਇਸ ਰੂਹੇ ਜ਼ਮੀਨ ਤੇ ਕਿਧਰੇ ਵੀ ਇਤਨਾ ਬੁਲੰਦ ਇਤਿਹਾਸ ਲੈ ਕੇ ਅੱਗੇ ਪ੍ਰਗਟ ਨਹੀਂ ਹੋਇਆ। ਮਾਤਾ ਜੀ ਨੇ ਚਿਹਰੇ ਸਾਫ਼ ਕੀਤੇ। ਅੱਜ ਚੋਲੇ ਖੁਰਜੀ ਚੋਂ ਉਹ ਕੱਢੇ ਜਿਹੜੇ ਨਵੇਂ ਸਨ, ਨੀਲੇ ਚੋਲੇ ਪਹਿਨਾਏ, ਦਸਤਾਰਾਂ ਸਜਾਈਆਂ, ਕਲਗੀਆਂ ਲਾਈਆਂ, ਜੋੜੇ ਪਵਾਏ, ਮੱਥੇ ਚੁੰਮਦੀ ਹੈ। ਤੇ ਬੱਚਿਆਂ ਨੇ ਸਵਾਲ ਕੀਤਾ ਵੀ ਮਾਂ ਅੱਜ ਬੜਾ ਲਾਡ ਕਰਦੀ ਹੈ, ਅੱਜ ਤਿਆਰ ਵੀ ਬਹੁਤੀ ਰੀਝ ਨਾਲ ਕਰਦੀ ਹੈ। ਮਾਂ ਦੇ ਜਿਹੜੇ ਬੋਲ ਨੇ ਨਾ, ਅੱਲਾ ਯਾਰ ਖਾਂ ਨੇ ਆਪਣੀ ਪੁਸਤਕ ਵਿੱਚ ਦਰਜ ਕੀਤੇ ਨੇ। ਪੜ੍ਹਿਓ ਕਦੇ, ਸ਼ਹੀਦਾਨੇ ਵਫਾ, ਗੰਜੇ ਸ਼ਹੀਦਾਂ, ਪਰਸ਼ੀਅਨ ਦੀਆਂ ਪੁਸਤਕਾਂ, ਹਿੰਦੀ ਆਦਿਕ ਲੈਂਗੁਏਜਸ ਵਿੱਚ ਉਲੱਥੇ ਮਿਲ ਜਾਂਦੇ ਨੇ ਉਹਦੇ।
माँ कहती जाने से पहले आओ गले से लगा तो लूं, केसों को कंघी कर दूं, जरा मुंह दुला तो लूं, प्यारे सरों पे नन्ही सी कलगी सजा तो लूं, मरने से पहले तुमको मैं दुल्हा बना तो लूं। ਤਾਂ ਬੱਚਿਓ ਤੁਹਾਨੂੰ ਤਿਆਰ ਕਰ ਰਹੀ ਹਾਂ। ਜਦੋਂ ਬੱਚਾ ਘੋੜੀ ਚੜ੍ਹਦਾ ਹੈ ਨਾ ਤੇ ਮਾਂ ਰੀਝ ਨਾਲ ਹੀ ਤਿਆਰ ਕਰਦੀ ਹੈ, ਅੱਜ ਤੁਸੀਂ ਮੌਤ ਨੂੰ ਵਰਨ ਲਈ ਘੋੜੀ ਚੜ੍ਹਨਾ ਹੈ। ਮਾਤਾ ਜੀ ਨੇ ਵੱਡਿਆਂ ਦੀਆਂ ਸਾਖੀਆਂ ਸੁਣਾ ਕੇ ਇੱਕ ਬਚਨ ਕੀਤਾ, ਬੱਚਿਓ ਖਬਰ ਦਾਦੇ ਵਾਲੀ ਆਵੇ, ਸਮਾਂ ਦਾਦੇ ਵਾਲਾ ਬਣ ਗਿਆ ਹੈ। ਤੁਹਾਡੇ ਨੂੰ ਪਹਿਲਾਂ ਆਵਾਂਗੀ ਮੈਂ ਸੱਚਖੰਡ, ਸ਼ਹੀਦਾਂ ਦੀ ਕਤਾਰ ਵਿੱਚ ਅੱਗੇ ਹੋਵਾਂਗੀ। ਕਹਿੰਦੇ ਮਾਂ ਫਿਰ ਜਲਦੀ ਆਈ। ਚੱਲ ਪਏ। ਗੁਰੂ ਗੋਬਿੰਦ ਸਿੰਘ ਦੇ ਪਹਿਲੇ ਮਹਿਲ ਮਾਤਾ ਜੀਤੋ ਸਰੀਰ ਕਰਕੇ ਚਲੇ ਗਏ ਸਨ। ਮਾਤਾ ਗੁਜਰੀ ਚੌਂਕੜਾ ਲਾ ਕੇ ਸਿਪਾਹੀਆਂ ਨਾਲ ਬੱਚੇ ਤੋਰ ਕੇ ਦੇਖਦੀ ਹੈ, ਜਿੱਥੋਂ ਤੱਕ ਦਿਖਦੇ ਨੇ। ਆਖਣ ਲੱਗੀ ਗਲੂਏ ਚੋਂ ਬੋਲ ਕੱਢ ਕੇ, ਜੀਤੋ ਰਾਣੀਏ ਤੇਰੇ ਪੁੱਤਰ ਅੱਜ ਘੋੜੀ ਚੜ੍ਹਨ ਲੱਗੇ ਨੇ, ਮੌਤ ਨੂੰ ਵਰਨ ਚੱਲੇ ਨੇ, ਆਉਂਦੇ ਨੇ ਤੇਰੇ ਕੋਲ। ਕਦੇ ਗੋਦ ਤੋਂ ਮੈਂ ਜੁਦਾ ਨਹੀਂ ਕੀਤੇ, ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾ ਲਈ। ਇੰਨੇ ਬਚਨ ਕਹਿ ਕੇ ਚੌਂਕੜਾ ਲਾਇਆ। ਇਸ ਦੁੱਖ ਨੂੰ ਪੀਣ ਲਈ ਮਾਂ ਪਰਮ ਸ਼ਕਤੀ ਨਾਲ, ਅਕਾਲ ਪੁਰਖ ਨਾਲ ਜੁੜ ਗਈ। 13 ਪੋਹ ਦੀ ਪੇਛੀ ਹੋਈ ਹੈ। ਇੱਕ ਮੌਕਾ ਦਿੱਤਾ ਹੈ, ਕਲਮਾ ਪੜ੍ਹ ਲਓ ਜਾਨ ਬਚ ਸਕਦੀ ਹੈ। ਤੇ ਉਹ 9 ਵਰਿਆਂ ਦਾ ਬਾਬਾ ਜੋਰਾਵਰ ਸਿੰਘ, 7 ਵਰਿਆਂ ਦੇ ਬਾਬੇ ਫਤਿਹ ਸਿੰਘ ਨੂੰ ਇੱਕ ਬਚਨ ਕਹਿੰਦਾ ਹੈ। ਸਲਾਹ ਕਰਦੇ ਨੇ ਦੋ ਭਾਈ, ਪਹੁੰਚਿਓ ਸਮਾਂ ਮੋਹੇ ਅਸ ਜੋਵਾ, ਗੁਰੂ ਪਿਤਾਮੇ ਪਰ ਜਿਮ ਹੋਵਾ, ਸਾਬਤ ਰਹਿਨ ਬਾਤ ਹੈ ਨੀਕੀ, ਕਹੋ ਭਰਾਤਾ ਤੁਮ ਆਪਣੇ ਜੀ ਕੀ। ਬ੍ਰਿਜ ਭਾਸ਼ਾ ਦੇ ਬੋਲ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ। ਜੋਰਾਵਰ ਸਿੰਘ ਕਹਿੰਦੇ ਛੋਟੇ ਸਮਾਂ ਆ ਗਿਆ ਹੈ ਦਾਦੇ ਵਾਲਾ, ਜਾਨ ਬਚ ਸਕਦੀ ਹੈ ਪਰ ਧਰਮ ਨਹੀਂ ਬਚੇਗਾ। ਫਿਰ ਧਰਮ ਬਚ ਸਕਦਾ ਹੈ, ਫਿਰ ਜਾਨ ਨਹੀਂ ਬਚੇਗੀ। ਹੁਣ ਤੂੰ ਦੱਸ, ਤੇਰੀ ਵੀ ਸਲਾਹ ਲੈਣੀ ਹੈ। ਫਤਿਹ ਸਿੰਘ ਸੁਨ ਉਤਰ ਦੀਨਾ, ਧਰਮ ਪਿਤਾਮੇ ਜਿਮ ਰਖ ਲੀਨਾ, ਸ਼ੁਭ ਜਸ ਤੇ ਜਗ ਪੂਰਨ ਕੀਨਾ, ਤੀਨ ਲੋਕ ਮਹਿ ਸ਼ਾਕਾ ਚੀਨਾ। ਬਾਬਾ ਜੋਰਾਵਰ ਸਿੰਘ ਜੀ, ਜੇ ਦਾਦੇ ਵਾਲਾ ਸਮਾਂ ਆਇਆ ਏ ਤੇ ਫਿਰ ਦਾਦੇ ਨੇ ਤੇ ਇਹ ਇਤਿਹਾਸ ਸਿਰਜਿਆ ਸੀ, ਸੀਸ ਦਿਆ ਪਰ ਸੀ ਨਾ ਉਚਰੀ। ਚੱਲ ਦਾਦੇ ਵਾਲੀ ਖੇਡ ਖੇਡੀਏ, ਰਹਿੰਦੀ ਦੁਨੀਆ ਤੱਕ ਸਾਡੀ ਜੈ ਜੈਕਾਰ ਹੋਇਆ ਕਰੇਗੀ। ਦੋਵਾਂ ਭਾਈਆਂ ਲੈ ਲਿਆ ਫੈਸਲਾ। ਆਪ ਗਲੂਏ ਚੋਂ ਬੋਲ ਕੱਢੇ ਵਜ਼ੀਰ ਖਾਂ, ਲੋੜ ਨਹੀਂ ਹੈ ਸਾਨੂੰ ਧੂ ਕੇ ਮਕਤਲ ਵਿੱਚ ਲਿਜਾਣ ਦੀ, ਤੂੰ ਜਗ੍ਹਾ ਦੱਸ ਕਿਹੜੀ ਮੁਕਰਰ ਕੀਤੀ ਹੈ ਜਿੱਥੇ ਕੰਧਾਂ ਵਿੱਚ ਚਿਣਨਾ ਹੈ ਸਾਨੂੰ। ਆਪ ਚੱਲ ਕੇ ਗਏ। ਇੱਟਾਂ ਲੱਗ ਰਹੀਆਂ ਨੇ, ਗੋਡਿਆਂ ਤੇ ਇੱਟਾਂ ਆਈਆਂ, ਗੁਣੀਏ ਤੋਂ ਕੰਧ ਬਾਹਰ ਜਾਣ ਲੱਗੀ ਤੇ ਜਲਾਦ ਵਜ਼ੀਰ ਖਾਂ ਨੂੰ ਕਹਿੰਦੇ ਨੇ ਖਜ਼ਾਨੇ ਦੀ ਇੱਟ ਛਿੱਲ ਕੇ ਲਾਉਣੀ ਪੈਣੀ ਹੈ, ਝਾੜ ਕੇ। ਵਜ਼ੀਰ ਖਾਂ ਕਹਿੰਦਾ ਬੱਚੋ ਈਨ ਮੰਨ ਲਓ। ਕਹਿੰਦੇ ਨਹੀਂ ਮੰਨਣੀ। ਕਹਿੰਦਾ ਫਿਰ ਇਉਂ ਕਰੋ ਜਲਾਦੋ, ਖਜ਼ਾਨੇ ਦੀ ਇੱਟ ਖਰਾਬ ਨਹੀਂ ਕਰਨੀ, ਇਹਨਾਂ ਦੇ ਗੋਡਿਆਂ ਦੀਆਂ ਚੱਪਣੀਆਂ ਉਡਾ ਦਿਓ। ਤੇਸੀਆਂ ਕਾਂਡੀਆਂ ਮਾਰ ਮਾਰ ਕੇ ਚੱਪਣੀਆਂ ਭੰਨੀਆਂ। ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਬਾਣੀ ਦਾ ਐਸਾ ਨਸ਼ਾ ਸੀ, ਰੰਚਕ ਮਾਤਰ ਸੀ ਨਹੀਂ ਕੀਤੀ ਮੂੰਹੋਂ। ਕਹਿੰਦੇ ਮਿਟ ਜਾਓਗੇ, ਖਤਮ ਹੋ ਜਾਓਗੇ। ਅੱਲਾ ਯਾਰ ਖਾਂ ਮੁਸਲਮਾਨ ਕਹਿੰਦਾ ਹੈਰਾਨੀ ਹੈ ਮੈਨੂੰ, ਅੱਗੋਂ ਜਵਾਬ ਦਿੰਦੇ ਨੇ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਵ ਹਮ ਸरों पे ਉਠਾ ਚੱਲੇ। ਐ ਸੂਬਾ ਸਰਹੰਦ, ਤੂੰ ਨੀਆਂ ਵਿੱਚ ਚਿਣ ਕੇ ਆਪਣੇ ਵੱਲੋਂ ਸਾਨੂੰ ਖਤਮ ਕਰ ਰਿਹਾ ਏ। ਇਹ ਨਾ ਸਮਝ ਮਿਟ ਗਏ, ਅਸੀਂ ਤੇ ਸਿੱਖੀ ਦੀਆਂ ਨੀਆਂ ਵਿੱਚ ਸਿਰ ਦੇ ਕੇ ਸਿੱਖੀ ਦੇ ਮਹੱਲ ਏਡੇ ਮਜ਼ਬੂਤ ਕਰ ਚੱਲੇ ਆ, ਰਹਿੰਦੀ ਦੁਨੀਆ ਤੱਕ ਇਹਨਾਂ ਮਹੱਲਾਂ ਨੂੰ ਕੋਈ ਹਿਲਾ ਨਹੀਂ ਸਕੇਗਾ।
मिटा नहीं सकेगा सिखी नूं। कहंदे ठोडी तक ईंटें चुंदी गई, मुंह तक आ गई, बेने को ढांपते ही माथे पे छा गई। ठोडी ते इट्टां आईयां, अखीरली नज़र दोवां पाईयां, एक दूजे वल वेखिया, मुस्कुरा के अखां मीटियां, मथे तो इट्टां लंघ गईयां। हर चांद सी ज़बीं को घन सा लगा गई, लखते जिगर गुरु के वो दोनों छुपा गई। अल्लाह यार खां कहंदा है गुरु गोबिंद सिंह दे लाल कादे छिपे ने, चंद ते सूरज छिप गए। भूचाल आया, कंध डिग पई, बेहोश होए सन। शाशल बेग बाशल बेग ने हलूणा दे के उठाया, छाती ते गोडे रख के साह रग हौली हौली छुरियां नाल कट्टी है। शहीद होए। अल्लाह यार खां नूं पुछो ये की होया? कहंदा इउं समझ लो बच्चे मरे नहीं, शहीद हो के अमर हो गए। असल सरहंद नूं मारन दी नींह वजीर खां ने आप ही रख लई। उहदे अगे बोलने जोगी जी, इसके बाद हुई थोड़ी देर थी, बस्ती सरहंद, शहर ईंटों का ढेर थी। यही रोस सी सिंघां दे अंदर। गुरु गोबिंद सिंह ने माधो दास नूं थापड़ा दे के बाबा बंदा सिंह बहादुर बनाया। बाबा विनोद सिंह पंज तीर दिते। भारत दे सारे सिखां नूं हुक्मनामे कढे, साथ दिओ इन्हां दा। सरहंद दी इट नाल इट खड़केगी। मुगलिया सल्तनत दा तख्त पुठा करना है। इतिहास गवाह है, बचन कीते सी बाबा फतेह सिंह ने, वजीदिया दो टुकड़े करने ने तेरे। बाबा बंदा सिंह बहादुर नाल एक सिंह आया, नाम सी फतेह सिंह। मैदाने जंग विच चप्पड़ चिड़ी दे जदों वजीर खां नाल टकराए ने, अगे लाके वजीदा दौड़िया, ढा के लत्त ते लत्त रख के दूजी लत्त मोढे ताईं लिजा के चीरिया, दो फड़ करके सुटिया सी वजीदा फतेह सिंह ने। इहनूं कहंदे ने साध बचन अटलादा महापुरुषां दे बोल पूरे होए। उन्हां दी शहादत नूं आपां इत्थे सिजदा करन लई बैठे होए आ। सिखा इस गल दा ख्याल रखी, ये शहीद, ये सतपुरुष, ये महात्मा, इन्हां नूं दर्द कोई नहीं हुंदा। बाणी दा कुछ प्रताप ऐसा है, सहजे मरै अमर होए सोई। अमरा पद इन्हां नूं हासिल होया, शोकत डरै जे राम सुमारै। इन्हां दे अंदर खौफ नहीं सी। उन्हां दे लहू दी बदौलत ही सिखी दा बूटा अज हरिया भरिया है। रहिंदी दुनिया तक सुक नहीं सकदा, मिट नहीं सकदा। मैं हुण कुछ समा महापुरुष बाबा अजीत सिंह जी, ਜਿਹੜੇ ਉਹਨਾਂ ਸਾਹਿਬਜ਼ਾਦਿਆਂ ਦੀ ਧਰਤੀ ਉੱਤੇ ਪ੍ਰਗਟ ਹੋਏ ਮਹਾਤਮਾ ਨੇ, ਔਰ ਜਿਨ੍ਹਾਂ ਤੇ ਇਹਨਾਂ ਸ਼ਹੀਦਾਂ ਦੀ ਹੀ ਮਿਹਰ ਸੀ, ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਵਿੱਚ ਬੜਾ ਯੋਗਦਾਨ ਹੈ ਮਹਾਪੁਰਸ਼ਾਂ ਦਾ। ਵੇਖੋ ਮੈਂ ਇੱਥੋਂ ਆਗਾਜ਼ ਕਰਾਂ ਉਹਨਾਂ ਦੀ ਵਡਿਆਈ ਕਰਨ ਲਈ। ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਸੰਤਨ ਕੀ ਮਹਿਮਾ कवन वखानो, अगाध बोध किश मित नहीं जानो। चमदी जुबान साधुआं दे गुण गा के अंत पा लवे, ये हो नहीं सकदा। तरला लिया कर इस चमदी जुबान नाल, पार ब्रह्म मोहे किरपा कीजै। धूर संतन की नानक दीजै। महाराज चरण धूड़ी महात्मावां दी मिल जावे, साडा जीवन सफला होवे। देखो आपां सारे इत्थे हंसाली आउणे आ। हुण इस जगह दे उत्ते कई बार संगत नाल बचन बिलास हुंदा, साडा मन बड़ा लगदा है, सुकून बड़ा मिलदा है, सहजता प्राप्त हुंदी है, शांति बड़ी मिलदी है। और आपां आम ही सुनिया है, महात्मा जन ये कह दिंदे ने भी इत्थे पॉजिटिव वाइब्स ने, चंगियां तरंगां ने, वाइब्रेशनस ने। बाणी चों आपां सिद्ध करते हैं भी जिथे महात्मा चौंकड़ा ला दवे उथे वाइब्स वाकिया ही बड़ियां पॉजिटिव हुंदियां ने। उथे विकार आपे ही खैड़ा छड्डण लग जांदे ने।
ਕਬੀਰ ਜੀ ਮਹਾਰਾਜ ਕਹਿੰਦੇ ਨੇ ਜਦੋਂ ਸੰਤ ਇਬਾਦਤ ਕਰਦਾ ਹੈ, ਬੰਦਗੀ ਕਰਦਾ ਹੈ, ਸਰੀਰ ਤੇ ਪਵਿੱਤਰ ਹੋ ਹੀ ਜਾਂਦਾ ਹੈ, ਉਹਦਾ ਪਿੰਡ ਸਥਾਨ ਵੀ ਤੀਰਥ ਵਰਗਾ ਪਾਕ ਹੋ ਜਾਂਦਾ ਹੈ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ, ਦੇਹੀ ਕਿਸਕੀ ਬਪੁਰੀ, ਪਵਿੱਤਰ ਹੋਏਗਾ ਗ੍ਰਾਮ। ਸਰੀਰ ਪਾਕ ਹੋਵੇਗਾ, ਉਹ ਜਗ੍ਹਾ ਵੀ ਪਾਕ ਹੋ ਜਾਵੇਗੀ ਜਿੱਥੇ ਮਹਾਂਪੁਰਸ਼ ਬੰਦਗੀ ਕਰਦੇ ਨੇ। ਔਰ ਅੱਗੇ ਬਾਣੀ ਵਿੱਚ ਹੀ ਆਉਂਦਾ ਹੈ ਨਾ, ਧਨ ਸੋ ਥਾਨ, ਧਨ ਓਏ ਭਵਨਾ, ਜਾਮਹਿ ਸੰਤ ਬਸਾਰੇ। ਧਨ ਨੇ ਉਹ ਸਥਾਨ ਜਿੱਥੇ ਮਹਾਂਪੁਰਸ਼ ਬਹਿ ਕੇ ਗੁਰੂ ਨਾਨਕ ਦੇ ਅਕਾਲ ਪੁਰਖ ਦੇ ਗੀਤ ਗਾਉਂਦੇ ਨੇ। ਉਹਨਾਂ ਜਗ੍ਹਾ ਨੂੰ ਨਮਸਕਾਰ ਹੁੰਦੀ ਰਹੇਗੀ, ਸਜਦੇ ਹੁੰਦੇ ਰਹਿਣਗੇ ਜਿੱਥੇ ਕੋਈ ਇਬਾਦਤ ਕਰਦਾ ਹੈ ਅਕਾਲ ਪੁਰਖ ਦੀ। ਮਹਾਰਾਜ ਅੱਗੇ ਵਡਿਆਈ ਕਰਦੇ ਕਹਿੰਦੇ ਨੇ, ਜਨ ਨਾਨਕ ਕੀ ਸਰਦਾ ਪੂਰਹੁ ਠਾਕੁਰ, ਭਗਤ ਤੇਰੇ ਨਮਸਕਾਰੇ। ਜਿੱਥੇ ਵੀ ਮਹਾਤਮਾ ਗੀਤ ਗਾਉਂਦੇ ਨੇ ਉਹਨਾਂ ਨੂੰ ਸਦਾ ਹੀ ਨਮਸਕਾਰਾਂ ਨੇ। ਧੰਨ ਧੰਨ ਹਰ ਜਨ ਜਿਨ ਹਰ ਪ੍ਰਭ ਜਾਤਾ। ਐਸੇ ਮਹਾਤਮਾਵਾਂ ਕੋਲ ਮਹਾਰਾਜ ਕਹਿੰਦੇ ਜਾਇਆ ਕਰ। ਜਦੋਂ ਜਾਵੇਂਗਾ ਨਾ ਉਹਨਾਂ ਨੂੰ ਪੁੱਛੀ ਵੀ ਗੁਰੂ ਨਾਨਕ ਕਿਵੇਂ ਖੁਸ਼ ਹੁੰਦਾ ਹੈ, ਅਕਾਲ ਪੁਰਖ ਕਿਵੇਂ ਮਿਲਦਾ। ਇਹ ਰਸਤਾ ਉਹੀ ਜਾਣਦੇ ਨੇ। ਜਾਏ ਪੁੱਛਾਂ ਜਨ ਹਰ ਕੀ ਬਾਤਾ। ਪੁੱਛੀ ਕਿਵੇਂ ਮਿਲਦਾ ਹੈ ਪਰਮਾਤਮਾ। ਤੇ ਅੱਗੋਂ ਜਵਾਬ ਮਿਲਿਆ, ਮਹਾਰਾਜ ਜੇ ਉਹ ਨਾ ਮੰਨੇ ਤੇ ਕੀ ਕਰਾਂਗੇ। ਕਹਿੰਦੇ ਫਿਰ ਇੱਦਾਂ ਕਰੀ, ਭਾਵ ਮਲੋਆ ਮਲ ਮਲ ਧੋਵਾ, ਮਿਲ ਹਰ ਜਨ ਹਰ ਰਸ ਪੀਚੈ ਜੀਓ। ਕਦਮ ਬੋਸੀ ਕਰੀ, ਕਦਮ ਚੁੰਮੀ, ਬੇਨਤੀਆਂ ਕਰੀ, ਤਰਲੇ ਲਈ। ਜਿੱਦਣ ਰੀਝ ਪਏ ਨਾ ਤੈਨੂੰ ਵੀ ਗੁਰੂ ਨਾਨਕ ਦੇ ਨਾਮ ਦਾ ਰਸ ਰੀਝ ਕੇ ਬਖਸ਼ ਦੇਣਗੇ, ਜਿਹੜਾ ਉਹ ਨਿਤਾ ਪ੍ਰਤੀ ਆਪ ਚੱਖਦੇ ਨੇ। ਸਾਧੂ ਤੋਂ ਬਿਨਾਂ ਦਰਬਾਰ ਨਹੀਂ ਜੇ ਪ੍ਰਾਪਤ ਹੁੰਦਾ। ਤੁਹਾਡਾ ਕਾਕਾ ਭਾਵੇਂ 5 ਵਰੇ ਪੜ੍ਹਾਈ ਕਰਦਾ ਰਵੇ ਤੇ ਤੁਸੀਂ ਦਾਵਾ ਕਰ ਦਿਓ ਵੀ MBBS ਕਰ ਗਿਆ, ਡਾਕਟਰ ਬਣ ਗਿਆ, ਕਿੱਥੇ ਬਣਿਆ ਹੈ। 6 ਮਹੀਨੇ ਦੀ ਇੰਟਰਨਸ਼ਿਪ ਲੱਗਦੀ ਹੈ ਵੀ ਕਾਕਾ ਫਲਾਣੇ ਹਸਪਤਾਲ ਡਾਕਟਰਾਂ ਕੋਲ ਜਾ ਤੇ ਡੱਡੂ ਡੱਡੂ ਚੀਰਿਆ ਕਰ। ਪ੍ਰੈਕਟੀਕਲੀ ਜੋ ਥਰੈਟੀਕਲੀ ਪੜ੍ਹਿਆ ਹੈ ਉਸ ਨੂੰ ਢਾਲ, ਫਿਰ ਜਾ ਕੇ ਕਿਧਰੇ ਡਾਕਟਰ ਦੀ ਡਿਗਰੀ ਮਿਲਦੀ ਹੈ। ਕੋਈ ਵੀ ਤੁਸੀਂ ਪ੍ਰੋਫੈਸ਼ਨ ਵਿੱਚ ਪੈਂਦੇ ਹੋ, ਇੰਟਰਨਸ਼ਿਪ ਲਾਜ਼ਮੀ ਹੁੰਦੀ ਹੈ। ਬਾਣੀ ਪੜ੍ਹਨੀ ਸ਼ੋਭਨੀਕ ਹੈ, ਪਰ ਜੇ ਤੁਸੀਂ ਆਖੋ ਨਾ ਆਪੇ ਪੜ੍ਹ ਕੇ ਪ੍ਰਾਪਤੀ ਹੋ ਜਾਵੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਦਾਂ ਦਾ ਰਸਤਾ ਦੱਸਿਆ ਹੀ ਨਹੀਂ ਗਿਆ। ਸਾਧੂ ਦੀ ਸੰਗਤ ਤੋਂ ਬਿਨਾਂ ਖੇਡ ਨਹੀਂ ਜੇ ਚੱਲਦੀ। ਸੰਤ ਦੀ ਕਦਮ ਬੋਸੀ ਕਰੇ ਤੋਂ ਬਿਨਾਂ ਗੱਲ ਨਹੀਂ ਜੇ ਚੱਲਦੀ। ਬਾਣੀ ਨੇ ਜਗ੍ਹਾ ਜਗ੍ਹਾ ਸਮਝਾਇਆ ਹੈ, ਸੰਤਨ ਮੋਕੋ ਹਰ ਮਾਰਗ ਪਾਇਆ। ਸਾਧੂਆਂ ਨੇ ਸਾਨੂੰ ਇਸ ਰਸਤੇ ਤੇ ਪਾਇਆ, ਸਾਧ ਕਿਰਪਾਲ ਹਰ ਸੰਗ ਗਿਝਾਇਆ। ਅੱਗੇ ਮੈਂ ਬਾਣੀ ਪੜ੍ਹਨੀ ਮਨ ਨਹੀਂ ਸੀ ਲੱਗਦਾ, ਜਦੋਂ ਸਾਧਾਂ ਦੇ ਸਥਾਨ ਤੇ ਆਏ ਮੈਨੂੰ ਗੇਜ ਪੈ ਗਈ, ਮੈਨੂੰ ਆਦਤ ਪੈ ਗਈ। ਜਿਵੇਂ ਉਹ ਗੁਰੂ ਨਾਨਕ ਦੇ ਗੀਤ ਗਾਉਂਦੇ ਨੇ ਮੈਂ ਵੀ ਗਾਉਣ ਲੱਗ ਪਿਆ। ਤੇ ਜਦੋਂ ਗੀਤ ਗਾਉਣ ਲੱਗ ਪਿਆ ਫਿਰ ਜਿਵੇਂ ਸਾਧੂ ਮੰਜ਼ਲੇ ਮਕਸੂਦ ਤੇ ਪਹੁੰਚੇ ਨੇ, ਮੈਂ ਵੀ ਉੱਥੇ ਪਹੁੰਚ ਗਿਆ। ਸਾਧੂ ਤੋਂ ਬਿਨਾਂ ਪ੍ਰਾਪਤੀ ਨਹੀਂ। ਸਾਧੂਆਂ ਦੇ ਦਰ ਪਾਕ ਹੁੰਦੇ ਨੇ, ਪਵਿੱਤਰ ਹੁੰਦੇ ਨੇ। 8-60 ਤੀਰਥ ਜਹ ਸਾਧ ਪਗ ਧਰ ਹੈ। ਮੈਂ ਬਾਣੀ ਦੇ ਆਧਾਰਿਤ ਗੱਲ ਕਰਦਾ, ਗੁਰਬਾਣੀ ਦੀ ਰੌਸ਼ਨੀ ਵਿੱਚ। ਜੇ ਕਿਸੇ ਨੇ ਕਿੰਤੂ ਪਰੰਤੂ ਕਰਨਾ ਹੋਵੇ ਤੇ ਮੇਰੀ ਆਦਤ ਨਹੀਂ ਹੈ ਵੀ ਕਥਾ ਕਰਕੇ ਦੌੜ ਜਾਵਾਂ। ਉਹ ਕਈ ਦੌੜ ਜਾਂਦੇ ਨੇ ਨਾ, ਪੁਲਿਸ ਵੀ ਰੱਖੀ ਹੁੰਦੀ ਉਹਨਾਂ ਨਾਲ ਭੱਜਣ ਨੂੰ। ਬਾਣੀ ਇਹ ਦਾਵਾ ਕਰਦੀ ਹੈ ਵੀ ਜਿੱਥੇ ਸਾਧ ਟਿਕ ਗਿਆ, ਤੀਰਥਾਂ ਤੋਂ ਵੱਡਾ ਤੀਰਥ ਬਣ ਜਾਂਦਾ ਹੈ। ਤੇ ਇਸ ਪਾਵਨ ਜਗ੍ਹਾ ਨੂੰ ਤੀਰਥ ਨਹੀਂ ਤੇ ਹੋਰ ਕੀ ਆਖੋਗੇ, ਜਿੱਥੇ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਨੇ। ਕੋਈ ਬਾਣੀ ਚੋਂ ਖੰਡਨ ਕਰੇ ਤੇ ਮੈਨੂੰ ਕੀ ਲੋੜ ਹੈ ਸਿਰ ਖਪਾਉਣ ਦੀ, ਮੈਂ ਉਹ ਸਾਖੀ ਨਾ ਸੁਣਾਵਾਂ। ਪਰ ਬਾਣੀ ਕਿਧਰੇ ਖੰਡਨ ਨਹੀਂ ਕਰਦੀ, ਬਾਣੀ ਮੰਡਨ ਕਰਦੀ ਹੈ ਮਹਾਂਪੁਰਸ਼ਾਂ ਦੀ ਬੁਲੰਦ ਹਸਤੀ ਦਾ। ਅੱਛਾ, ਉਹਨਾਂ ਮਹਾਂਪੁਰਸ਼ਾਂ ਦੇ ਜਦੋਂ ਜੀਵਨ ਵੱਲ ਆਪਾਂ ਚੱਲਦੇ ਹਾਂ, ਦਾਨੀ ਵੀ ਸਨ, ਦਾਤਾਰ ਵੀ ਸਨ, ਚੌਂਕੜਾ ਲਾ ਕੇ ਅਕਾਲ ਪੁਰਖ ਦੇ ਗੀਤ ਗਾਉਣ ਵਾਲੇ,
ਸਵਾਸਾਂ ਨਾਲ ਬਾਣੀ ਜਪਣ ਵਾਲੇ, ਕਿਉਂਕਿ ਸੰਤ ਦੀ ਡੈਫੀਨੇਸ਼ਨ ਹੀ ਇਹ ਹੈ ਨਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਮੈਨੂੰ ਕਿਸੇ ਗੁਰਮੁਖ ਪਿਆਰੇ ਨੇ ਇੱਕ ਬਚਨ ਸੁਣਾਇਆ ਵੀ ਇੱਥੇ ਚੰਡੀਗੜ੍ਹ ਦੇ ਇਲਾਕੇ ਵਿੱਚ ਪਿੰਡ ਹੈ ਖੰਟਪੁਰ ਮਾਨ। ਮਹਾਂਪੁਰਸ਼ ਕਿਧਰੇ ਉੱਥੇ ਗਏ, ਉਹ ਸਕੂਲ ਦਾ ਉਦਘਾਟਨ ਸੀ। ਪਤਾ ਨਹੀਂ ਕੀ ਮਨ ਵਿੱਚ ਆਇਆ, ਬੱਚਿਆਂ ਨੂੰ ਪੈਸੇ ਵੰਡਣ ਲੱਗ ਪਏ। ਦਾਨੇ ਪ੍ਰਦਾਨੇ ਪ੍ਰਬੰਧਕਾਂ ਨੇ ਬੇਨਤੀ ਕੀਤੀ, ਮਹਾਂਪੁਰਸ਼ੋ ਕਿਰਪਾ ਕਰੋ, ਬੱਸ ਦੀ ਲੋੜ ਹੈ, ਦੂਰ ਦਰੇਡਿਓਂ ਬੱਚੇ ਆਉਣਗੇ, ਇਹ ਫੁਲਵਾੜੀ ਪ੍ਰਫੁੱਲਤ ਹੋਵੇਗੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਚੰਗੇ ਅਹੁਦਿਆਂ ਤੇ ਜਾਣਗੇ, ਕਮਿਊਨਿਟੀ ਦਾ ਭਲਾ ਕਰਨਗੇ, ਸਾਨੂੰ ਜ਼ਰੂਰਤ ਹੈ, ਬੱਸ ਚਾਹੀਦੀ ਹੈ। ਉਸੇ ਵੇਲੇ ਆਪਣੇ ਗੜਵਈ ਨੂੰ ਸੱਦਿਆ, 2 ਅੰਬੈਸਡਰਾਂ ਨਵੀਆਂ ਸਨ। ਮਹਾਂਪੁਰਸ਼ ਕਹਿੰਦੇ ਇਹ ਵੇਚ ਦਿਓ ਤੇ ਸਕੂਲ ਨੂੰ ਬੱਸ ਲੈ ਦਿਓ। ਉਹਨੇ ਪੁੱਛ ਲਿਆ ਵੀ ਮਹਾਂਪੁਰਸ਼ੋ ਵੇਚ ਤੇ ਦਿੰਨੇ ਆ, ਤੁਹਾਡਾ ਹੁਕਮ ਸਿਰ ਮੱਥੇ ਹੈ, ਤੇ ਆਪਾਂ ਵਾਪਸ ਹੰਸਾਲੀ ਕਿਵੇਂ ਜਾਣਾ ਹੈ? ਕਹਿੰਦੇ ਗੱਡੀ ਕਿਰਾਏ ਤੇ ਕਰ ਲਵੋ। ਇਹਨੂੰ ਪਤਾ ਕੀ ਕਿਹਾ ਬਾਣੀ ਨੇ, ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਆਪਣਾ ਸਭ ਕੁਝ ਵਾਰ ਕੇ ਵੀ ਕੌਮ ਦਾ ਭਲਾ ਕਰਨਾ, ਸਭ ਕੁਝ ਵੰਡ ਦੇਣਾ। ਇੱਦਾਂ ਦੇ ਤੇ ਬੜੇ ਹੁੰਦੇ ਨੇ ਭਾਈ, ਆਪਣੀਆਂ ਗੱਡੀਆਂ ਸਾਰੀਆਂ ਵੇਚੋ ਤੇ ਸਾਨੂੰ ਇੱਕ ਨਵੀਂ ਲੈ ਦਿਓ। ਆਪਣੀਆਂ ਗੱਡੀਆਂ ਵੇਚ ਕੇ ਭਲਾ ਕਰਨ ਵਾਲੇ ਮਹਾਤਮਾ ਬੜੇ ਥੋੜੇ ਹੁੰਦੇ ਨੇ। ਇਹ ਉਹਨਾਂ ਦਾ ਸੁਭਾਅ ਸੀ। ਔਰ ਬਾਣੀ ਨੇ ਇਹ ਮੋਹਰ ਲਾਈ ਹੈ ਐਸੀਆਂ ਸਾਖੀਆਂ ਤੇ, ਪਰਉਪਕਾਰ ਨਿਤ ਚਿਤਵਤੇ, ਨਾਹੀ ਕਛ ਪੋਚ। ਸਾਧੂ ਸਦਾ ਹੀ ਪਰਉਪਕਾਰ ਕਰਦੇ ਨੇ, ਪਰ ਉਹਨਾਂ ਦਾ ਇਹ ਸੁਭਾਅ ਨਹੀਂ ਹੁੰਦਾ ਵੀ ਇੱਕ ਹੱਥ ਲੈਣਾ ਤੇ ਇੱਕ ਹੱਥ ਦੇਣਾ, ਉਹਨਾਂ ਨੂੰ ਕੋਈ ਵਡਿਆਈ ਚਾਹੀਦੀ ਹੈ। ਅਸਲ ਉਹਨਾਂ ਦਾ ਬਿਰਧ ਹੀ ਕੁਝ ਐਸਾ ਹੈ। ਐਸੇ ਉਹ ਮਹਾਂਪੁਰਸ਼ ਸਨ, ਇਸੇ ਕਰਕੇ ਉਹਨਾਂ ਦੀ ਵਡਿਆਈ ਹੈ। ਸੈਂਕੜੇ ਕਾਲਜ, ਸੈਂਕੜੇ ਸਕੂਲ, ਜਿਨ੍ਹਾਂ ਨੂੰ ਮਹਾਂਪੁਰਸ਼ ਇੱਥੋਂ ਫੰਡਿੰਗ ਕਰਦੇ ਰਹੇ ਨੇ। ਪਟਿਆਲਾ ਯੂਨੀਵਰਸਿਟੀ ਨੂੰ 1.5 ਕਰੋੜ ਤੋਂ ਉੱਪਰ ਮਹਾਂਪੁਰਸ਼ਾਂ ਨੇ ਫੰਡਿੰਗ ਕੀਤੀ ਸੀ ਆਪਣੇ ਜੀਵਨ ਵਿੱਚ। ਕਿੰਨੇ ਲੜਕੀਆਂ ਦੇ ਸਕੂਲ ਨੇ ਜਿੱਥੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇਹ ਮਹਾਤਮਾ ਬੜੇ ਬੜੇ ਗੁਰਮਤਿ ਸਮਾਗਮ ਕਰਵਾਉਂਦੇ ਸਨ, ਅੰਮ੍ਰਿਤ ਸੰਚਾਰ ਕਰਵਾਉਂਦੇ ਸਨ, ਔਰ ਸਰਵ ਪ੍ਰਮਾਣਿਤ ਸਨ। ਸਾਰਿਆਂ ਧਰਮਾਂ ਨੂੰ ਨਾਲ ਲੈ ਕੇ ਚੱਲਣਾ, ਕਿਉਂਕਿ ਤੁਸੀਂ ਪ੍ਰੇਮ ਕਰੋਗੇ ਤੇ ਫਿਰ ਹੀ ਸਿੱਖੀ ਪ੍ਰਫੁੱਲਤ ਹੋਵੇਗੀ। ਜੇ ਦੂਜੇ ਧਰਮਾਂ ਨਾਲ ਨਫ਼ਰਤ ਕਰੋਗੇ, ਕੋਈ ਤੁਹਾਡੇ ਨੇੜੇ ਨਹੀਂ ਆਵੇਗਾ। ਗੁਰੂ ਨਾਨਕ ਦੀ ਫੁਲਵਾੜੀ ਦੀ ਖੁਸ਼ਬੋਈ ਕਿਵੇਂ ਮਾਣੇਗਾ, ਸਿੱਖੀ ਵਿੱਚ ਕਿਵੇਂ ਆਵੇਗਾ ਉਹ? ਇੱਥੇ ਤੇ ਇਹ ਸਿਧਾਂਤ ਹੈ ਕਲਗੀਧਰ ਬਾਪੂ ਦਾ, ਬਖਸ਼ਿਆ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਐਸੇ ਮਹਾਂਪੁਰਸ਼ਾਂ ਲਈ ਬਾਣੀ ਕਹਿੰਦੀ ਹੈ, ਲੱਖ ਕੋਈ ਨਿੰਦਾ ਕਰੇ, ਇਹਨਾਂ ਦੀ ਜੈ ਜੈਕਾਰ ਨੂੰ ਰੰਚਕ ਮਾਤਰ ਵੀ ਫਰਕ ਨਹੀਂ ਪੈਂਦਾ। ਤਿਸ ਜਨ ਕੀ ਵਡਿਆਈ ਹਰ ਆਪ ਵਧਾਈ, ਉਹ ਘਟੈ ਨਾ ਕਿਸੈ ਕੀ ਘਟਾਈ। ਇੱਕ ਤਿਲ 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 ਨਾ, ਤੂੰ ਲੱਖ ਨਿੰਦਾ ਕਰ ਲੈ, ਮਹਾਂਪੁਰਸ਼ ਨਹੀਂ ਹੁੰਦੇ, ਸੰਤ ਨਹੀਂ ਹੁੰਦੇ। ਕਹਿੰਦੇ ਤੂੰ ਬਹੁਤਾ ਨੁਕਸਾਨ ਸਾਧੂ ਦਾ ਕੀ ਕਰ ਪਾਵੇਂਗਾ? ਤੂੰ ਇੱਕ ਤਿਲ, ਇੱਕ ਰੋਮ ਜਿੰਨਾ ਵੀ ਨੁਕਸਾਨ ਉਹਦੀ ਵਡਿਆਈ ਵਿੱਚ ਅੰਤਰਾ ਨਹੀਂ ਲਿਆ ਸਕਦਾ, ਫਰਕ ਨਹੀਂ ਪਾ ਸਕਦਾ, ਕਿਉਂਕਿ ਉਹਨਾਂ ਦੀ ਵਡਿਆਈ ਅਕਾਲ ਪੁਰਖ ਗੁਰੂ ਨਾਨਕ ਆਪ ਕਰਵਾਉਂਦੇ ਨੇ। ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜੇ ਗੁਰੂ ਨਾਨਕ ਦੀ ਪੂਜਾ ਕਰਦੇ ਨੇ, ਲੋਕਾਈ ਉਹਨਾਂ ਦੀ ਪੂਜਾ ਕਰਦੀ ਹੈ। ਸੋ ਮਹਾਨ ਬੁਲੰਦ ਹਸਤੀ ਸਨ ਮਹਾਂਪੁਰਸ਼। ਸਕੂਲਾਂ, ਕਾਲਜਾਂ, ਯੂਨੀਵਰਸਿਟੀਜ਼ ਨੂੰ ਸੇਵਾ ਦੇਣੀ। ਉਦੋਂ IAS ਸ਼ਾਇਦ ਸਵਰਨ ਸਿੰਘ ਬੋਪਾ ਰਾਏ ਹੁੰਦੇ ਸਨ, ਜਦੋਂ ਇਹ ਸੇਵਾਵਾਂ ਪਟਿਆਲਾ ਯੂਨੀਵਰਸਿਟੀ ਨੂੰ ਦਿੱਤੀਆਂ ਸਨ। ਤੇ ਮੈਂ ਅਜ਼ਮਤ ਦੀ ਗੱਲ ਵੀ ਕਰ ਦੇਵਾਂ, ਬਾਬਾ ਪਰਮਜੀਤ ਸਿੰਘ ਹੁਣੀ ਮਹਾਂਪੁਰਸ਼ ਸਾਹਮਣੇ ਬੈਠੇ ਨੇ। ਅੱਛਾ, ਉਹ ਕੋਈ ਦਵਾਈ ਬੂਟੀ ਲੈਣ ਦਾਸ ਨੇ ਲੁਧਿਆਣੇ ਜਾਣਾ ਸੀ ਤੇ ਮਹਾਂਪੁਰਸ਼ਾਂ ਦਾ ਫੋਨ ਕਰਵਾ ਲਿਆ। ਉੱਥੋਂ ਵੀ ਮੈਨੂੰ ਪਤਾ ਲੱਗਿਆ, ਡਾਕਟਰ AP ਸਿੰਘ ਹੁੰਦੇ ਸਨ ਉਦੋਂ, ਅਪੋਲੋ ਲੁਧਿਆਣਾ ਵਿੱਚ ਜੌਬ ਕਰਦੇ। ਬਾਬਾ ਪਰਮਜੀਤ ਸਿੰਘ ਜੀ ਹੁਣਾਂ ਨੂੰ ਦੇਵ ਨੇ ਤੈਸੀ ਹੋਈ ਅਟੈਕ ਹੋ ਗਿਆ।
और डॉक्टर्स ने डिक्लेयर करता ही इज डेड, ही इज गॉन, कुछ पल्ले नहीं रहा, मिट्टी रह गई है, लै जाओ जिथे खड़ना है। महापुरुष बाबा जीत सिंह हुणा डॉक्टरां नाल गल कीती, वो कहंदे जी धड़कन रुक गई है, 7 मिनट हो गए ने, तुहाडा सेवादार मोया पिया है। ते महापुरुष सह सुभा कहंदे नहीं, ये मोया नहीं है, उडीक लो, बंदा थक जाता है। कोई भी पुरजा होवे ना शरीर का थक जाता है, इदां ही दिल थक गया होवेगा, हर्ट थक गया होवेगा, सारी दिहाड़ी ते बेचारा लहू पंप करता रहिंदा है। उडीक लो, इनू कुछ नहीं होया, गुरु नानक इनू किधरे नहीं जान दिंदा। 7-8 मिनटां बाद बाबा परमजीत सिंह उठ के बह गए ते अज आओ बैठे सेवा निभा रहे ने इत्थे। और बाणी ते आधारत मैं सिद्ध करा इस बचन नूं 18 सिद्धि पिछे लगियां फिरन, निज घर वसै निज थाए, सतगुर मिलिया उल्टी भई, नाव निध खर्चिओ खाओ। जेड़ा गुरु दे चरनी लगदा है, रिद्धियां सिद्धियां उहदे अगे पिछे फिरदियां ने। अष्ट सिद्ध नवनिध एह करम प्राप्त, जिस नाम देहे भगत मुखे ते बोल दे, से वचन होवंदे। वट एवर गॉड्स सेंट्स स्पीक दैट कम्स टू पास। जो भी गलुए चों महापुरुष बोलदा है, गुरु नानक पार ही पार कर दिंदा है, वो वचन पूरे कर दिंदा है। ऐसी वडियाई करके ही ते बड़े बड़े लीडर साहिबान, बड़े बड़े संप्रदायी महापुरुष, क्रिकेटर भी, ऑफिसरस भी इत्थे सारे ही आउंदे सन, क्योंकि महापुरुष सारिਆਂ नाल प्रेम करते सन। पता आउंदे क्यों सन? पंक्ति पढ़ के फतेह बुलावा, संतन बिन अवर ना दाता बीया, जो जो शरण परै साधु की सो पार ग्रामी किया। गुरु ग्रंथ साहिब महाराज कहंदे ने, विदाउट द सेंट्स देयर आर नो अदर गिवर्स। अकाल पुरख दाता है ते साधु गुरु नानक दे खजाने दे खजानची ने। तू अरदास करें, जे ना प्रवान होवे ते साधु दा कुंडा खड़काई, बेनती कर दई, आपे गुरु नानक दे खजाने चों लिया के तेरी झोली पा देणगे। ये बाणी कहंदी है, जेड़ा भी साधां दी शरण पै जांदा है, संसार सागर तो तर जांदा है। ऐसी महिमा उन्हां महापुरुषां दी है। सिद्ध पुरुष होए ने, सिद्धियां दे मालक होए ने। इक्के जन्म दी बंदगी नहीं सी, कईयां जन्मां दी इबादत होवे ते रसना ते इन्नी अजमत प्रगट हुंदी है। सो उस महापुरुष नूं सिर झुकदा है। सारा जीवन सिੱਖੀ नूं प्रफुल्लित करन विच उन्हां लाया, और उन्हां दे आशीर्वाद सदका महापुरुष बाबा परमजीत सिंह जी अज इत्थे सेवावां निभा रहे ने। और आप लखां संगतां हाज़रीन हो के इत्थे महापुरुषां दीयां खुशियां प्राप्त करदे हो। इसे तरह ही एकाग्रता बना के रखियो। श्री गुरु रामदास पातशाह जी दे दरों घरों वरसोए हुए रागी साहिब भाई जुझार सिंह होनी इत्थे हाज़रीन ने। हरजस आप संगत नूं सरवण करवाउणगे जी। वाहिगुरू जी का खालसा, वाहिगुरू जी की फतेह।